ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ, ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਰਾਜ ਦੇ ਹਜ਼ੂਰ ਬੈਠ ਕੇ ਜੀਵਨ ਦੀਆਂ ਕੜੀਆਂ ਨੂੰ ਸਫਲ ਕਰਨ ਦਾ ਯਤਨ ਕਰਦੇ ਹਾਂ। ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਅਸੁਨ ਪ੍ਰੇਮ ਉਮਾਹੜਾ ਕਿਉ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ। ਕਹਿੰਦੇ ਜਦੋਂ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਪਿਆਸ ਪੈਦਾ ਹੁੰਦੀ ਹੈ ਨਾ, ਪ੍ਰੇਮ ਪੈਦਾ ਹੁੰਦਾ ਹੈ। ਉਮਾਹੜਾ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ, ਕਣਾ ਠਾਠਾ ਮਾਰ ਲੱਗ ਜਾਂਦਾ ਹੈ ਪ੍ਰੇਮ। ਤੇ ਫਿਰ ਬੰਦਾ ਅਕਾਲ ਪੁਰਖ ਪਰਮਾਤਮਾ ਨੂੰ ਲੱਭਣ ਦੇ ਤਰੀਕੇ ਲੱਭਣ ਲੱਗ ਪੈਂਦਾ ਹੈ ਵੀ ਢੰਗ ਲੱਭੀਏ ਜਿਹਦੇ ਕਰਕੇ ਪਰਮਾਤਮਾ ਮੇਰੇ ਵੱਲ ਧਿਆਨ ਕਰ ਲਵੇ। ਕਿਉਂ ਮਿਲੀਏ ਹਰ ਜਾਏ, ਕਿਉਂ ਦਾ ਅਰਥ ਹੈ ਕਿਵੇਂ। ਕਿਵੇਂ ਅਕਾਲ ਪੁਰਖ ਪਰਮਾਤਮਾ ਨੂੰ ਮਿਲਿਆ ਜਾਵੇ। ਮਨ ਤਨ ਪਿਆਸ ਦਰਸ਼ਨ ਕਣੀ, ਮਨ ਤੇ ਤਨ ਦੇ ਵਿੱਚ ਪਰਮਾਤਮਾ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਹੈ। ਤੇ ਕੋਈ ਆਣ ਮਿਲਾਵੇ ਮਾਏ, ਕੋਈ ਮੈਨੂੰ ਮਿਲਾ ਦੇਵੇ, ਹੇ ਮੇਰੀ ਮਾਂ ਮੈਨੂੰ ਕੋਈ ਪਰਮਾਤਮਾ ਦੇ ਨਾਲ ਮਿਲਾਪ ਕਰ ਦੇਵੇ। ਸੋਹਣ ਜਦੋਂ ਇਸ ਸ਼ਬਦ ਨੂੰ ਪੜਿਆ ਤੇ ਲੱਗਦਾ ਤੇ ਇਵੇਂ ਮਹਿਸੂਸ ਹੁੰਦਾ ਹੈ ਕਿ ਬੰਦਾ ਜਦੋਂ ਕੋਈ ਬਹੁਤੀ ਠੋਕਰ ਖਾਂਦਾ ਹੈ ਨਾ ਤੇ ਮਾਂ ਚੇਤੇ ਉਦੋਂ ਆਉਂਦੀ ਹੈ। ਕਈ ਵਾਰੀ ਜਦੋਂ ਬੰਦਾ ਡਿੱਗ ਪਏ ਤੇ ਹਾਏ ਮਾਂ ਦੀ ਆਵਾਜ਼ ਜਦੋਂ ਮੂੰਹ ਦੇ ਵਿੱਚੋਂ ਨਿਕਲਦੀ ਤੇ ਬੰਦੇ ਨੂੰ ਅਚਾਨਕ ਹੀ ਲੱਗਾ ਹੁੰਦਾ ਕਿ ਹਾਂ ਕੋਈ ਠੋਕਰ ਵੱਜੀ ਹੈ। ਮਾਂ ਦਾ ਸ਼ਬਦ ਜਿਹੜਾ ਹੈ, ਮਾਂ ਸ਼ਬਦ ਜਿਹੜਾ ਹੈ ਨਾ, ਇਹ ਉਦੋਂ ਹੀ ਬੰਦਾ ਉਚਾਰਨ ਕਰਦਾ ਹੈ ਜਾਂ ਚੇਤੇ ਕਰਦਾ ਹੈ ਕਿ ਜਦੋਂ ਕੋਈ ਬਹੁਤ ਵੱਡੀ ਠੋਕਰ ਲੱਗੀ ਹੋਵੇ ਤੇ ਮਾਂ ਜਿਹੜੀ ਹੈ ਉਹ ਚੇਤੇ ਆਉਂਦੀ ਹੈ। ਸੋ ਇਸੇ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਪਿਆਸ ਬਹੁਤ ਜ਼ਿਆਦਾ ਹੈ ਤੇ ਮੈਨੂੰ ਕੋਈ ਮਿਲਾ ਦੇਵੇ ਪਰਮਾਤਮਾ ਦੇ ਨਾਲ, ਕੋਈ ਅਕਾਲ ਪੁਰਖ ਪਰਮਾਤਮਾ ਦਾ ਮਿਲਾਪ ਕਰਵਾ ਦੇਵੇ, ਜੋੜ ਦੇਵੇ ਮੈਨੂੰ ਵਾਹਿਗੁਰੂ ਦੇ ਨਾਲ। ਤੇ ਮਹਾਰਾਜ ਜੀ ਵੀ ਸਾਨੂੰ ਇਸ ਗੱਲ ਨੂੰ ਸਮਝਾਉਂਦੇ ਨੇ। ਅੱਜ ਦਾ ਜੋ ਸ਼ਬਦ ਆਪਾਂ ਸਰਵਣ ਕੀਤਾ ਹੈ, ਕਹਿੰਦੇ ਫਿਰ ਜਦੋਂ ਪਿਆਸ ਲੱਗਦੀ ਹੈ ਤੇ ਫਿਰ ਸੇਵਕ ਜਿਹੜਾ ਹੈ ਨਾ ਉਹ ਲੱਭਣ ਤੁਰਦਾ ਹੈ ਪਰਮਾਤਮਾ ਨੂੰ। ਤੇ ਉਹ ਫਿਰ ਜਦੋਂ ਧਾਰਮਿਕ ਲੋਕਾਂ ਨੂੰ ਮਿਲਦਾ ਹੈ, ਜਦੋਂ ਰੱਬ ਦੇ ਪਿਆਰਿਆਂ ਨੂੰ, ਗੁਰਮੁਖਾਂ ਨੂੰ, ਸੰਤ ਜਨਾਂ ਨੂੰ ਮਿਲਦਾ ਹੈ ਤੇ ਉਹ ਫਿਰ ਦੱਸਦੇ ਨੇ, ਇਹਨੂੰ ਢੰਗ ਦੱਸਦੇ ਨੇ ਵੀ ਸੇਵਾ ਜਿਹੜਾ ਹੈਗੀ ਆ ਉਹ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਢੰਗ ਹੈ ਸੇਵਾ ਕਰਨੀ। ਇਹ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੁਖਾਲਾ ਢੰਗ ਹੈ, ਬਹੁਤ ਜ਼ਿਆਦਾ ਸੁਖਾਲਾ। ਪਰ ਔਖਾ ਇਸ ਕਰਕੇ ਹੈ ਕਿ ਸੇਵਾ ਕਰਨੀ ਸੌਖੀ ਨਹੀਂ ਹੈਗੀ, ਸੇਵਾ ਕਰਨੀ ਬਹੁਤ ਔਖੀ ਹੈ। ਤੇ ਮਹਾਰਾਜ ਕਹਿੰਦੇ ਨੇ ਫਿਰ ਜਦੋਂ ਕਿਸੇ ਨੇ ਦੱਸਿਆ ਵੀ ਭਾਈ ਤੂੰ ਸੇਵਾ ਕਰੇਗਾ ਤੇ ਤੇਰਾ ਮਨ ਤੇਰਾ ਤਨ ਪਰਮਾਤਮਾ ਦਾ ਸਾਥ ਦਾ ਆਨੰਦ ਮਾਣ ਸਕਦਾ ਹੈ, ਵਾਹਿਗੁਰੂ ਦੇ ਸਾਥ ਦਾ ਆਨੰਦ ਮਾਣ ਸਕਦਾ ਹੈ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਜਨ ਲਾਗਾ ਹਰ ਏਕੇ ਨਾਏ। ਜਿਹੜਾ ਜਨ ਹੈ ਅਕਾਲ ਪੁਰਖ ਪਰਮਾਤਮਾ ਜੀ ਦਾ ਸੇਵਕ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਜਪਦਾ ਹੈ। ਜਨ ਲਾਗਾ ਹਰ ਏਕੇ ਨਾਏ। ਤੇ ਮਹਾਰਾਜ ਕਹਿੰਦੇ ਫਿਰ ਉਹ ਕਹਿ ਦੇਵੇ ਵੀ ਮੈਨੂੰ ਹੁਣ ਦਰਸ਼ਨਾਂ ਦੀ ਪਿਆਸ ਹੈ ਤੇ ਸਤਿਗੁਰੂ ਜੀ ਕਹਿੰਦੇ ਤਿਸ ਕੀ ਆਸ ਨਾ ਬਿਰਥੀ ਜਾਏ। ਉਹਦੀ ਆਸ ਬਿਰਥੀ ਨਹੀਂ ਜਾ ਸਕਦੀ, ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ, ਜੋ ਉਹ ਚਾਹੇਗਾ ਉਸ ਨੂੰ ਮਿਲ ਜਾਵੇਗਾ। ਸੋ ਪਿਆਸ ਦਰਸ਼ਨਾਂ ਦੀ ਹੈ। ਇੱਥੇ ਇਹ ਨਹੀਂ ਕਿ ਭਗਤ ਜਨ ਕਿਧਰੇ ਵੀ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਇਤਿਹਾਸ ਪੜ੍ਹਦੇ ਹਾਂ, ਸਭ ਤੋਂ ਵੱਧ ਸਾਨੂੰ ਇਤਿਹਾਸ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਇਹ ਗੱਲ ਬੜੀਆਂ ਸਾਨੂੰ ਪੜ੍ਹਨ ਨੂੰ ਜਾਂ ਸੁਣਨ ਨੂੰ ਮਿਲ ਜਾਣਗੀਆਂ ਕਿ ਮਹਾਰਾਜ ਅਕਾਲ ਪੁਰਖ ਪਰਮਾਤਮਾ ਜਾਂ ਗੁਰੂ ਸਾਹਿਬਾਨ ਖੁੱਲ੍ਹ ਕੇ ਕਹਿ ਦਿੰਦੇ ਨੇ ਕਿ ਗੁਰਸਿੱਖਾ ਤੇਰੀ ਸੇਵਾ ਕਾਲ ਜਿਹੜੀ ਉਹ ਥਾਂ ਪਈ ਹੈ, ਤੂੰ ਜੋ ਮੰਗਣਾ ਚਾਹੁੰਦਾ, ਜੋ ਤੇਰੇ ਮਨ ਦੀ ਇੱਛਾ ਤੂੰ ਮੰਗ ਸਕਦਾ ਹੈ। ਜੋ ਵੀ ਤੇਰੇ ਮਨ ਦੀ
ਇੱਛਾ ਹੈ ਤੂੰ ਮੰਗ ਸਕਦਾ ਹੈ। ਸੋ ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਜਦੋਂ ਇੰਨੀ ਖੁੱਲ੍ਹ ਦਿਲੀ ਅਕਾਲ ਪੁਰਖ ਪਰਮਾਤਮਾ ਭਗਤਾਂ ਦੇ ਵਾਸਤੇ ਕਰਦਾ ਹੈ, ਇਸ ਦਾ ਮਤਲਬ ਇਹ ਹੈ ਕਿ ਭਗਤ ਕਦੀ ਬੁਰਾ ਮੰਗ ਹੀ ਨਹੀਂ ਸਕਦਾ। ਭਗਤ ਕਦੀ ਕਿਸੇ ਦਾ ਬੁਰਾ ਲੋਚੇਗਾ ਹੀ ਨਹੀਂ, ਕਦੀ ਕਿਸੇ ਦਾ ਬੁਰਾ ਸੋਚਦਾ ਹੀ ਨਹੀਂ ਹੈ। ਸੋ ਇਸ ਕਰਕੇ ਭਗਤ ਨੂੰ ਗੁਰੂ ਸਾਹਿਬਾਨ ਗੁਰਸਿੱਖ ਨੂੰ ਜਿਹੜਾ ਸ਼ਰਧਾਵਾਨ ਹੈ ਉਹਨੂੰ ਖੁੱਲ੍ਹ ਕੇ ਬਿਲਕੁਲ ਸਾਫ਼ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਗੁਰਸਿੱਖਾ ਤੇਰੀ ਘਾਲ ਜਿਹੜੀ ਹੈ, ਤੇਰੀ ਸੇਵਾ ਜਿਹੜੀ ਹੈ ਉਹ ਥਾਂ ਪਈ ਹੈ, ਇਸ ਕਰਕੇ ਤੂੰ ਜੋ ਮੰਗਣਾ ਚਾਹਵੇਂ ਤੈਨੂੰ ਮਿਲੇਗਾ। ਕਿਉਂਕਿ ਵਿਸ਼ਵਾਸ ਭਰੋਸਾ ਦੋਨਾਂ ਵਾਸਤੇ ਹੈ। ਉਹਨਾਂ ਨੂੰ ਇਹ ਪਤਾ ਹੈ ਵੀ ਮੇਰਾ ਗੁਰੂ ਜੋ ਮੈਂ ਮੰਗਾਂਗਾ ਮੈਨੂੰ ਦੇ ਦਿੰਦਾ ਹੈ, ਤੇ ਗੁਰੂ ਨੂੰ ਇਹ ਪਤਾ ਵੀ ਇਹ ਗੁਰੂ ਦਾ ਸਿੱਖ ਹੈ, ਇਹ ਕਦੀ ਉਲਟਾ ਕੁਝ ਕੋਈ ਇਹੋ ਜਿਹਾ ਕਰਮ ਕਰੇਗਾ ਹੀ ਨਹੀਂ ਜਿਸ ਕਰਕੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਜਾਂ ਗੁਰੂ ਘਰ ਦੇ ਵਿੱਚ ਆਉਣ ਵਾਲੇ ਦੂਜੇ ਸ਼ਰਧਾਲੂਆਂ ਦੀ ਮਨ ਨੂੰ ਕੋਈ ਠੇਸ ਪਹੁੰਚੇ। ਕਿ ਸਤਿਗੁਰੂ ਜੀ ਨੇ ਇੱਕ ਆਮ ਜਿਹੇ ਬੰਦੇ ਨੂੰ ਏਡਾ ਵੱਡਾ ਗੁਣ ਦਿੱਤਾ ਸੀ ਤੇ ਉਸ ਨੇ ਗੁਣ ਦਾ ਗਲਤ ਇਸਤੇਮਾਲ ਕੀਤਾ। ਇਸ ਕਰਕੇ ਭਰੋਸਾ ਦੋਵਾਂ ਪਾਸੇ ਹੈ। ਤੇ ਮਹਾਰਾਜ ਕਹਿੰਦੇ ਨੇ ਜਨ ਲਾਗਾ ਹਰ ਇੱਕੇ ਨਾਏ, ਜਿਹੜਾ ਇੱਕ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਲੱਗਾ ਹੋਇਆ ਹੈ, ਤਿਸ ਕੀ ਆਸ ਨਾ ਬਿਰਥੀ ਜਾਏ। ਸਿੱਖ ਧਰਮ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਬੜੀ ਪਿਆਰੀ ਸਾਖੀ ਆਉਂਦੀ ਹੈ ਜੀ। ਜੇ ਅਸੀਂ ਉਸ ਸਾਖੀ ਤੋਂ ਦੋ ਜਿਹੜੀਆਂ ਨੇ ਸਿੱਖਿਆਵਾਂ ਅਸੀਂ ਲੈ ਸਕਦੇ ਹਾਂ, ਇੱਕ ਇਹ ਕਿ ਗੁਰੂ ਤੋਂ ਜੋ ਅਸੀਂ ਮੰਗਾਂਗੇ ਉਹ ਦਿੰਦਾ ਹੈ, ਤੇ ਇੱਕ ਇਹ ਕਿ ਜੇ ਅਸੀਂ ਮੰਗ ਲਵਾਂਗੇ ਤੇ ਉਹ ਸਾਡੀ ਸਰੀਰ ਜਾਂ ਸਾਡੀ ਤੁੱਛ ਬੁੱਧੀ ਅਨੁਸਾਰ ਬਹੁਤ ਛੋਟਾ ਹੋਵੇਗਾ। ਕਿਉਂਕਿ ਜੇ ਇੱਕ ਕੀੜੀ ਜਿਹੜੀ ਹੈ ਉਹ ਖੰਡ ਦੇ ਦਾਣੇ ਨੂੰ ਜਾਂ ਕਿਸੇ ਵੀ ਚੀਜ਼ ਨੂੰ ਉਹ ਆਪਦੇ ਸਰੀਰ ਦੇ ਆਕਾਰ ਦੇ ਹਿਸਾਬ ਨਾਲ ਹੀ ਲੈ ਕੇ ਜਾਏਗੀ, ਪਰ ਜਿਹੜਾ ਦੂਜਾ ਬੰਦਾ ਹੈ ਉਹ ਕੀ ਪਤਾ ਉਹਨੂੰ ਕਿੰਨਾ ਕੁਛ ਦੇ ਦੇਵੇ, ਪਰ ਜਿਹੜੀ ਕੀੜੀ ਹੈ ਉਹਨੇ ਆਪਦੇ ਸਰੀਰ ਦੇ ਆਕਾਰ ਦੇ ਹਿਸਾਬ ਨਾਲ ਮੰਗਣਾ ਹੈ। ਸੋ ਇਸ ਕਰਕੇ ਕਈ ਵਾਰੀ ਅਸੀਂ ਮੰਗਦੇ ਹਾਂ ਗੁਰੂ ਕੋਲ, ਮੰਗਣਾ ਤਾਂ ਗੁਰੂ ਤੋਂ ਹੀ ਹੈ, ਕਿਹਦੇ ਕੋਲ ਜਾਵਾਂਗੇ, ਅਕਾਲ ਪੁਰਖ ਪਰਮਾਤਮਾ ਤੋਂ ਹੀ ਮੰਗਣਾ ਹੈ। ਪਰ ਕਈ ਵਾਰੀ ਸੋਚ ਕੇ ਵੇਖੀਏ ਕਿ ਅਸੀਂ ਮੰਗ ਉਹ ਚੀਜ਼ਾਂ ਰਹੇ ਹੁੰਨੇ ਜੋ ਸਾਡੇ ਸਰੀਰ ਅਨੁਸਾਰ ਬਿਲਕੁਲ ਘੱਟ ਤੌਰ ਤੇ ਹੁੰਦੀਆਂ ਨੇ, ਛੋਟੀਆਂ ਹੁੰਦੀਆਂ ਨੇ, ਤੇ ਜੇ ਪ੍ਰਮਾਤਮਾ ਆਪ ਤਰੁੱਟ ਕੇ ਦੇਵੇ ਤੇ ਉਹ ਕਿੰਨਾ ਕੁਛ ਦੇ ਦਿੰਦਾ ਹੈ, ਉਹ ਕਿੰਨਾ ਕੁਛ ਦੇ ਸਕਦਾ ਹੈ। ਸੋ ਭਾਈ ਗੋਪਾਲਾ ਜੀ, ਸਤਿਗੁਰੂ ਜੀ ਨੇ ਕਿਹਾ ਕਿ ਕੋਈ ਗੁਰਸਿੱਖ ਅਜਿਹਾ ਜਿਹੜਾ ਮੈਨੂੰ ਬਿਲਕੁਲ ਜ਼ਬਾਨੀ ਸ਼ੁੱਧ ਪਾਠ ਸੁਣਾ ਦੇਵੇ ਸੰਗਤ ਦੇ ਵਿੱਚ। ਸੋ ਭਾਈ ਗੋਪਾਲਾ ਜੀ ਨੇ ਪਾਠ ਸੁਣਾਇਆ। ਮਹਾਰਾਜ ਨੇ ਕੀ ਕੀਤਾ, ਜਿਹੜੀ ਗੁਰਗੱਦੀ ਸੀਗੀ, ਜਿਵੇਂ ਜਿਵੇਂ ਭਾਈ ਗੋਪਾਲਾ ਜੀ ਪਾਠ ਸੁਣਾਉਣਾ ਆਰੰਭ ਕਰਦੇ ਜਾ ਰਹੇ ਸਨ, ਅੱਗੇ ਵਧਦੇ ਜਾ ਰਹੇ ਸਨ, ਤੇ ਮਹਾਰਾਜ ਜੀ ਤਖਤ ਤੋਂ ਆਪਣੇ ਆਪ ਨੂੰ ਪਾਸੇ ਹਟਾਈ ਜਾਂਦੇ ਸੀ ਕਿ ਮੈਂ ਆਪਣੇ ਤੋਂ ਬਾਅਦ ਇਸ ਗੁਰਸਿੱਖ ਨੂੰ ਗੁਰਗੱਦੀ ਗੁਰੂ ਨਾਨਕ ਸਾਹਿਬ ਜੀ ਗੱਦੀ ਦਾ ਵਾਰਸ ਬਣਾਵਾਂਗਾ। ਕਿਉਂਕਿ ਪਾਠ ਦੀ ਕੀਮਤ, ਜਪਜੀ ਸਾਹਿਬ ਜੀ ਦੀ ਕੀਮਤ ਉਹੀ ਇਨਸਾਨ ਜਾਣ ਸਕਦਾ ਹੈ ਜਿਸ ਨੂੰ ਇਸ ਦੇ ਵਿੱਚੋਂ ਜੀਵਨ ਮਿਲਿਆ ਹੋਵੇ, ਜਿਸ ਨੂੰ ਇਹਦੇ ਵਿੱਚੋਂ ਆਨੰਦ ਮਿਲਿਆ ਹੋਵੇ, ਆਨੰਦ ਪ੍ਰਾਪਤ ਹੋਇਆ ਹੋਵੇ, ਆਨੰਦ ਜਿਹਨੂੰ ਮਿਲਿਆ ਹੋਵੇ, ਜਿਹਨੂੰ ਪਤਾ ਲੱਗਾ ਵੀ ਹਾਂ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਅਨੇਕਾਂ ਗੁਰਸਿੱਖਾਂ ਨੂੰ ਉਤਾਰ ਸਕਦੀ ਹੈ, ਉਹ ਮੇਰਾ ਵੀ ਉਧਾਰ ਕਰੇਗੀ। ਵਿਸ਼ਵਾਸ ਜਿਹਨੂੰ ਬਣ ਗਿਆ, ਸੋ ਉਸ ਨੂੰ ਪਤਾ ਲੱਗਦਾ ਹੈ ਵੀ ਜਪਜੀ ਦੀ ਕੀਮਤ ਕੀ ਹੈਗੀ ਹੈ, ਜਪਜੀ ਦੀ ਕਦਰ ਕੀ ਹੈਗੀ ਹੈ। ਨਹੀਂ ਤਾਂ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ, ਸਾਨੂੰ ਜਪਜੀ ਸਾਹਿਬ ਪਾਠ ਕਰਨਾ ਹੀ ਨਹੀਂ ਆਉਂਦਾ, ਉਚਾਰਨਾ ਹੀ ਨਹੀਂ ਆਉਂਦਾ, ਸ਼ੁੱਧ ਪੜ੍ਹਨਾ ਹੀ ਨਹੀਂ ਆਉਂਦਾ, ਤਾਂ ਅਸੀਂ ਕੀਮਤ ਕੀ ਪਾਵਾਂਗੇ, ਉਹਦੀ ਕਦਰ ਕੀ ਜਾਣਾਂਗੇ। ਸੋ ਇਸੇ ਤਰੀਕੇ ਦੇ ਨਾਲ ਜਦੋਂ ਪਾਠ ਦੀ ਸਮਾਪਤੀ ਹੋਈ ਤੇ ਮਹਾਰਾਜ ਜੀ ਤਖਤ ਤੋਂ ਉੱਠੇ, ਪਰ ਅਚਾਨਕ ਮਨ ਦੇ ਵਿੱਚ ਇੱਕ ਫੁਰਨਾ ਬਣ ਗਿਆ ਭਾਈ ਗੋਪਾਲਾ ਜੀ ਦੇ ਕਿ ਜਿਹੜਾ ਸੋਨੇ ਦੀ ਕਾਠੀ ਵਾਲਾ ਘੋੜਾ ਮਹਾਰਾਜ ਦੇ ਕੋਲ ਹੈ, ਬਹੁਤ ਜ਼ਿਆਦਾ ਸੋਹਣਾ, ਉਹ ਗੁਰੂ ਸਾਹਿਬ ਜੀ ਮੈਨੂੰ ਦੇ ਦੇਣ। ਮਹਾਰਾਜ ਨੇ ਫਿਰ ਉਹ ਘੋੜਾ ਸੋਨੇ ਦੀ ਕਾਠੀ ਸਮੇਤ ਭਾਈ ਗੋਪਾਲਾ ਜੀ ਨੂੰ ਦੇ ਦਿੱਤਾ। ਹੁਣ ਮਹਾਰਾਜ ਦੀ ਕੀ ਇੱਛਾ ਸੀ, ਪਰ ਉਸ ਗੁਰਸਿੱਖ ਦੀ ਕੀ ਇੱਛਾ ਰਹਿ ਗਈ।
ਇੱਕ ਘੋੜਾ ਸੋਨੇ ਦੀ ਕਾਠੀ ਵਾਲਾ, ਪਰ ਮਹਾਰਾਜ ਆਪਣਾ ਤਖਤ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦਾ ਵਾਰਸ ਉਹਨਾਂ ਨੂੰ ਬਣਾਉਣਾ ਚਾਹੁੰਦੇ ਸਨ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਜਨ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਲੱਗਾ ਉਹਦੀ ਆਸ ਬਿਰਥੀ ਨਹੀਂ ਜਾਂਦੀ। ਹੁਣ ਉਹਦੀ ਆਸ ਮਹਾਰਾਜ ਨੇ ਪੂਰੀ, ਭਾਈ ਗੋਪਾਲਾ ਜੀ ਦੀ ਮੰਗ ਜਿਹੜੀ ਸੀਗੀ ਉਹ ਪੂਰੀ ਕੀਤੀ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਅਸੀਂ ਕੁਝ ਮੰਗਾਂਗੇ ਨਾ ਤੇ ਅਕਾਲ ਪੁਰਖ ਪਰਮਾਤਮਾ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ ਹੈ ਕਿ ਉਹਨੂੰ ਸਾਡੇ ਘਰ ਦੇ ਹਾਲਾਤਾਂ ਦਾ ਨਹੀਂ ਪਤਾ ਹੋਵੇਗਾ। ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਕੱਲੀਆਂ ਗੱਲਾਂ ਕਰਨ ਦੇ ਨਾਲ ਜਾਂ ਕੱਲੀਆਂ ਐਵੇਂ ਕਹਾਣੀਆਂ ਸੁਣਨ ਦੇ ਨਾਲ ਰੋਜ਼ਾਨਾ ਅਸੀਂ ਆਏ, ਅੱਧਾ ਘੰਟਾ ਇੱਕ ਸਮਾਂ ਬਤੀਤ ਕੀਤਾ, 15-20 ਮਿੰਟ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਬੈਠੇ, ਆਣ ਕੇ ਸੁਣਿਆ, ਵਾਹਿਗੁਰੂ ਦੀਆਂ ਗੱਲਾਂ ਸੁਣ ਕੇ ਚਲੇ ਗਏ। ਕੀ ਅਸਰ ਹੋਇਆ ਪਰਮਾਤਮਾ ਦੀ ਹੋਂਦ ਦਾ ਸਾਡੇ ਉੱਪਰ? ਸਿਰਫ ਇੱਕ ਕੰਨ ਰਸ ਕਹਿ ਲਓ ਜਾਂ ਕੰਨਾਂ ਨੂੰ ਸੁਣਨ ਦਾ ਚਸਕਾ ਕਹਿ ਲਓ, ਇਹ ਹੋਇਆ। ਪਰ ਜਦੋਂ ਅਸੀਂ ਸੱਚਮੁੱਚ ਹੀ ਗੁਰਬਾਣੀ ਨੂੰ ਜਿਉਣ ਦਾ ਤਰੀਕਾ, ਜਿਉਣ ਦਾ ਢੰਗ ਲੱਭਣ ਦੀ ਕੋਸ਼ਿਸ਼ ਕਰਾਂਗੇ ਨਾ, ਤੇ ਫਿਰ ਸਾਨੂੰ ਇਉਂ ਲੱਗੇਗਾ ਵੀ ਇੱਕ ਇੱਕ ਅੱਖਰ ਦੇ ਵਿੱਚ ਸਾਨੂੰ ਗੁਰੂ ਸਾਹਿਬ ਬਾਂਹ ਫੜ ਕੇ ਤੇ ਚਿੱਕੜ ਦੇ ਵਿੱਚੋਂ ਕੱਢ ਕੇ ਤੇ ਸਾਨੂੰ ਸੁੱਕੇ ਥਾਂ ਦੇ ਉੱਪਰ ਲੈ ਕੇ ਆ ਰਹੇ ਨੇ, ਇੱਕ ਅੱਖਰ ਦੇ ਰਾਹੀਂ। ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਸਾਨੂੰ ਥੋੜੀ ਪਤਾ ਸੀ ਕਿ ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਾਨੂੰ ਨਹੀਂ ਪਤਾ ਸੀ। ਫਿਰ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਆਣ ਕੇ, ਫਿਰ ਪਤਾ ਲੱਗਿਆ ਵੀ ਨਹੀਂ, ਜਦੋਂ ਵੀ ਕਿਰਪਾ ਹੋਣੀ ਹੈ, ਜਦੋਂ ਵੀ ਪਰਮਾਤਮਾ ਨੂੰ ਮਿਲਣਾ ਹੈ, ਪਹਿਲਾਂ ਸੰਸਾਰ ਦੇ ਜੀਵਾਂ ਦੇ ਵਿੱਚੋਂ ਹੀ ਸਾਨੂੰ ਲੱਭਿਆ ਜਾਣਾ ਹੈ ਪਰਮਾਤਮਾ। ਅਸੀਂ ਸਿੱਧਾ ਪਰਮਾਤਮਾ ਕੋਲ ਨਹੀਂ ਪਹੁੰਚ ਸਕਦੇ, ਸਾਨੂੰ ਤਾਂ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰੀਏ। ਜੇ ਅਸੀਂ ਕਹੀਏ ਵੀ ਦੁਆ ਕੀਤੀ, ਉਹਦੇ ਅੱਗੇ ਹੱਥ ਜੋੜੇ ਵੀ ਪਰਮਾਤਮਾ ਸਾਨੂੰ ਮਿਲ ਜਾ, ਵਾਹਿਗੁਰੂ ਸਾਨੂੰ ਮਿਲ ਜਾ, ਤੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਸੀ ਕਿ ਪਰਮਾਤਮਾ ਨੂੰ ਪਰਮਾਤਮਾ ਕਹਿਣਾ ਕਿਵੇਂ ਹੈ। ਇਹ ਸਾਨੂੰ ਸ਼ਬਦਾਂ ਤੋਂ ਪਤਾ ਲੱਗਾ ਨਾ। ਧਾਰਮਿਕ ਗ੍ਰੰਥਾਂ ਦੇ ਵਿੱਚੋਂ ਧਾਰਮਿਕ ਲੋਕਾਂ ਨੇ ਸ਼ਬਦ ਜਿਹੜਾ ਪਰਮਾਤਮਾ ਰੱਖਿਆ, ਕਿਸੇ ਨੇ ਪ੍ਰਭੂ ਕਹਿ ਦਿੱਤਾ, ਕਿਸੇ ਨੇ ਅਕਾਲ ਪੁਰਖ ਪਰਮਾਤਮਾ ਕਹਿ ਦਿੱਤਾ, ਕਿਸੇ ਨੇ ਵਾਹਿਗੁਰੂ ਕਹਿ ਦਿੱਤਾ, ਕਿਸੇ ਨੇ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ ਦਇਆ ਦਾ ਘਰ ਕਹਿ ਦਿੱਤਾ। ਪਰ ਸਾਨੂੰ ਪਤਾ ਕਿੱਥੋਂ ਲੱਗਾ? ਇਹ ਸਾਨੂੰ ਧਾਰਮਿਕ ਲੋਕਾਂ ਨੇ, ਉਹਨਾਂ ਸੰਤਾਂ ਨੇ, ਉਹਨਾਂ ਮਹਾਂਪੁਰਸ਼ਾਂ ਨੇ, ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਜੀ ਵਰਗਿਆਂ ਨੇ ਸੰਸਾਰ ਦੇ ਵਿੱਚ ਆ ਕੇ ਤੇ ਸਾਨੂੰ ਪਰਮਾਤਮਾ ਜੀ ਦੇ ਨਾਵਾਂ ਦੇ ਜਾਣਕਾਰੀ ਦਿੱਤੀ, ਤੇ ਉਹਨਾਂ ਨਾਵਾਂ ਨੂੰ ਜਪ ਕੇ ਅਸੀਂ ਪਰਮਾਤਮਾ ਨੂੰ ਚੇਤੇ ਕਰ ਲੈਂਦੇ ਆ। ਨਹੀਂ ਤਾਂ ਸਾਨੂੰ ਥੋੜੇ ਪਤਾ ਲੱਗਣਾ ਸੀ ਕਿ ਜਿਹੜਾ ਰੱਬ ਹੈ ਉਸ ਨੂੰ ਪਰਮਾਤਮਾ ਵੀ ਆਖਿਆ ਜਾਂਦਾ, ਉਹਨੂੰ ਅਕਾਲ ਪੁਰਖ ਪਰਮਾਤਮਾ ਵੀ, ਉਹਨੂੰ ਦਇਆ ਦਾ ਘਰ ਵੀ ਆਖਿਆ ਜਾਂਦਾ ਹੈ, ਉਹਨੂੰ ਦਿਆਲ ਵੀ ਆਖਿਆ ਜਾਂਦਾ ਹੈ। ਇਹ ਸਾਨੂੰ ਅੱਖਰਾਂ ਤੋਂ ਪਤਾ ਲੱਗਾ। ਸੋ ਇਸ ਕਰਕੇ ਇਹ ਗੱਲ ਬਿਲਕੁਲ ਸਪਸ਼ਟ ਹੈ, ਜਦੋਂ ਵੀ ਪਰਮਾਤਮਾ ਨੂੰ ਲੱਭਣਾ ਹੈ ਜਾਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਜਾਂ ਪਰਮਾਤਮਾ ਨੂੰ ਮਿਲਾਇਆ ਜਾਣਾ ਹੈ, ਕਿਸੇ ਸੰਸਾਰ ਦੇ ਵਿੱਚ ਕਿਸੇ ਜੀਵ ਨੇ ਸਾਨੂੰ ਮਿਲਾ ਦੇਣਾ ਹੈ, ਕਿਸੇ ਨੇ ਵੀ। ਉਹ ਜਾ ਕੇ ਅਸੀਂ ਪੁੱਛਾਂਗੇ, ਉਹਨਾਂ ਦੇ ਧਾਰਮਿਕ ਆਗੂਆਂ ਨੇ ਜਾ ਕੇ ਪੁੱਛਾਂਗੇ ਵੀ ਅਸੀਂ ਕਿਵੇਂ ਬਾਣੀ ਪੜ੍ਹ ਸਕਦੇ ਹਾਂ, ਕਿਵੇਂ ਸੇਵਾ ਕਰ ਸਕਦੇ ਹਾਂ, ਕਿਵੇਂ ਅਸੀਂ ਗੁਰਬਾਣੀ ਨੂੰ ਪੜ੍ਹੀਏ ਤੇ ਜੀਵੀਏ। ਫਿਰ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਨਾ, ਤੇ ਫਿਰ ਗੁਰਬਾਣੀ ਸਾਨੂੰ ਇਹ ਸਪਸ਼ਟ ਕਰਦੀ ਹੈ ਕਿ ਅਕਾਲ ਪੁਰਖ ਪਰਮਾਤਮਾ ਨੂੰ ਜਪਣ ਵਾਲਿਆ, ਸਮਾਂ ਬਰਬਾਦ ਨਾ ਕਰੀ। ਜੇ ਤੂੰ ਲੱਗਿਆ ਹੀ ਹੈ ਨਾ, ਚੱਲਿਆ ਹੀ ਹੈ ਨਾ ਮਾਰਗ ਤੇ ਪਹਿਲੀ ਗੱਲ ਤਾਂ ਤੈਨੂੰ ਸਪਸ਼ਟ ਇਹ ਹੈ ਵੀ ਇਹ ਮਾਰਗ ਸੌਖਾ ਨਹੀਂ ਹੈਗਾ। ਜੇ ਤੂੰ ਆਇਆ, ਪਹਿਲਾਂ ਹੀ ਤੈਨੂੰ ਆਣ ਕੇ ਮਹਾਰਾਜ ਨੇ ਸਭ ਤੋਂ ਪਹਿਲਾਂ ਸਾਨੂੰ ਦੂਰੋਂ ਹੀ ਰੋਕ ਦਿੱਤਾ। ਇਹ ਨਹੀਂ ਆਖਿਆ ਵੀ ਆਓ ਤੁਹਾਨੂੰ ਆਦਰ ਮਿਲੇਗਾ, ਸਤਿਕਾਰ ਮਿਲੇਗਾ, ਇੱਜ਼ਤ ਮਿਲੇਗੀ, ਬੜਾ ਪਿਆਰ ਮਿਲੇਗਾ। ਉਹ ਤਾਂ ਸਤਿਗੁਰੂ ਦੀ ਹਜ਼ੂਰੀ 'ਚ ਆ ਜਾਵਾਂਗੇ ਤਾਂ ਉਹ ਤਾਂ ਮਿਲੇਗਾ। ਪਰ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਸਪਸ਼ਟ ਇੱਕ ਸ਼ਬਦ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ, ਕਾਣ ਨਾ ਕੀਜੇ। ਮਰਜ਼ੀ ਹੈ ਪੇ ਤੇਰੀ, ਜੇ ਤਾਂ ਕਾਮ ਕ੍ਰੋਧ ਅਹੰਕਾਰ, ਆਪਣੀ ਹੰਤਾ ਹਉਮੈ ਅਹੰਕਾਰ ਛੱਡ ਕੇ ਆਵੇਂਗਾ ਤਾਂ ਤੈਨੂੰ ਸਭ ਕੁਝ ਪ੍ਰਾਪਤ ਹੋਏਗਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਸੱਚਮੁੱਚ ਹੀ ਤੈਨੂੰ ਅੰਦਰ ਪ੍ਰੇਮ ਹੈ ਕਿ ਮੈਂ ਪਰਮਾਤਮਾ ਜੀ ਦੇ ਨਾਲ ਪ੍ਰੇਮ ਕਰਨਾ ਹੈ, ਵਾਹਿਗੁਰੂ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਰਹਿਣਾ ਚਾਹੁੰਦਾ ਹੈ, ਤੇ ਕਹਿੰਦੇ ਨੇ ਫਿਰ ਸਿਰ ਧਾਰ ਤਲੀ ਗਲੀ ਮੇਰੀ ਆਓ। ਸਿਰ ਦਾ ਅਰਥ ਹੁੰਦਾ ਹੈ ਆਪਣੇ ਅੰਦਰ ਦਾ ਅਹੰਕਾਰ ਛੱਡ ਕੇ, ਆਪਣੇ ਅੰਦਰ ਦੀ ਹਉਮੈ ਨੂੰ ਛੱਡ ਕੇ ਤੇ ਮਨ ਮਰਜ਼ੀ ਛੱਡ ਕੇ, ਮਨ ਮਰਜ਼ੀ ਛੱਡ ਕੇ।
ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ। ਜੇ ਇਸ ਮਾਰਗ ਤੇ ਚਾਲੀ ਪਿਆ ਤੇ ਸਿਰ ਦੀਜੈ ਕਾਣ ਨਾ ਕੀਜੈ। ਸਿਰ ਭਾਵੇਂ ਵੱਢਿਆ ਜਾਵੇ ਫਿਰ ਪਿੱਛੇ ਨਾ ਹਟੀ। ਸਿਰ ਭਾਵੇਂ ਤੇਰਾ ਲੱਥ ਜਾਵੇ ਪਰ ਪਿਛਾਂਹ ਨਾ ਹਟੀ। ਫਿਰ ਉਦੋਂ ਇਹ ਨਾ ਆਖਦੀ ਵੀ ਨਹੀਂ ਇਹ ਮੇਰੇ ਤੋਂ ਇਹ ਕਠਨ ਕੰਮ, ਮੇਰੇ ਤੋਂ ਇਹ ਕਠਨ ਜਿਹੜੇ ਅਕਾਲ ਪੁਰਖ ਪਰਮਾਤਮਾ ਵੱਲੋਂ ਦਿੱਤੀਆਂ ਗਈਆਂ ਪ੍ਰੀਖਿਆਵਾਂ ਇਹ ਮੇਰੇ ਤੋਂ ਪਾਸ ਨਹੀਂ ਹੋ ਰਹੀਆਂ, ਮੈਂ ਨਹੀਂ ਲੰਘ ਸਕਦਾ। ਤੇ ਫਿਰ ਮਹਾਰਾਜ ਕਹਿੰਦੇ ਨੇ ਫਿਰ ਇੱਕ ਤਰਫਾ ਪਿਆਰ ਜਿਹੜਾ ਹੈ ਨਾ ਅਕਾਲ ਪੁਰਖ ਪਰਮਾਤਮਾ, ਕਈ ਵਾਰੀ ਅਸੀਂ ਕਹਿੰਦੇ ਆ ਕਿ ਪਰਮਾਤਮਾ ਪਿਆਰ ਨਹੀਂ ਕਰਦਾ ਸਗੋਂ ਅਸੀਂ ਕਰਦੇ ਆ। ਇਸ ਤੋਂ ਵੱਡਾ ਪਿਆਰ ਕੀ ਹੋ ਸਕਦਾ ਹੈ ਵੀ ਸਾਡੇ ਔਗਣ ਜਾਣਦਾ ਹੋਵੇ, ਵੀ ਸਾਨੂੰ ਰੋਟੀ ਦਿੰਦਾ ਹੋਵੇ। ਇਸ ਤੋਂ ਵੱਡਾ ਪਿਆਰ ਕਿਵੇਂ ਹੋ ਸਕਦਾ ਹੈ ਵੀ ਅਸੀਂ ਆਪਣੀ ਮਨ ਮਰਜ਼ੀ ਦੇ ਨਾਲ ਸੰਸਾਰ ਦੇ ਵਿੱਚ ਬੁਰਾ ਭਲਾ ਬੋਲਦੇ ਆਂ, ਬੰਦਾ ਬੋਲਦੇ ਆਂ, ਕਿਸੇ ਨੂੰ ਬੁਰਾ ਚਿਤਵਦੇ ਆਂ, ਕਰਦੇ ਆਂ, ਸਭ ਕੁਝ ਕਰਦੇ ਆਂ, ਫਿਰ ਵੀ ਪਰਮਾਤਮਾ ਸਾਡੇ ਉੱਪਰ ਦਇਆ ਕਰਦਾ ਹੈ ਤੇ ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦੇ ਸਾਹਮਣੇ ਉਹ ਸਾਹਮਣੇ ਮੁਖੜਾ ਲੈ ਕੇ ਆਉਣੇ ਆ, ਉਹੀ ਮੁਖ ਲੈ ਕੇ ਤੁਰੇ ਫਿਰਦੇ ਆ। ਤੇ ਮਹਾਰਾਜ ਜੀ ਕਹਿੰਦੇ ਨੇ ਨਾ, ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਇਹਦਾ ਅਰਥ ਪਤਾ ਕੀ ਹੈ? ਇਹਦਾ ਅਰਥ ਇਹ ਹੈ ਕਿ ਅਸੀਂ ਸੰਸਾਰ ਦੇ ਵਿੱਚੋਂ ਮੁਖ ਛਪਾ ਸਕਦੇ ਹਾਂ। ਸੰਸਾਰ ਦੇ ਵਿੱਚੋਂ ਮੁਖ ਜਿਹੜਾ ਹੈ ਨਾ ਉਹ ਛਪਾ ਲੈਂਦੇ ਆ। ਗਲਤੀ ਜਦੋਂ ਕਰਦੇ ਆ ਉਦੋਂ ਸਾਡਾ ਕੁਝ ਮੁਖ ਹੋਰ ਹੁੰਦਾ ਹੈ, ਪਰ ਜਦੋਂ ਸਾਡੀ ਭੁੱਲ ਜਾਂ ਸਾਡੀ ਗਲਤੀ ਜਗ ਜ਼ਾਹਰ ਹੋ ਜਾਵੇ ਤੇ ਕਈ ਵਾਰੀ ਵੇਖਿਓ ਬੰਦਾ ਮੂੰਹ ਭੋਲਾ ਜਿਹਾ ਬਣਾ ਲੈਂਦਾ ਵੀ ਲੋਕੀ ਮੇਰੇ ਚਿਹਰੇ ਤੋਂ ਵੇਖ ਕੇ ਇਹ ਸਮਝਣ ਵੀ ਇਹ ਤਾਂ ਬੰਦਾ ਹੀ ਸਾਧ ਸੀਗਾ, ਲੱਗਦਾ ਨਹੀਂ ਵੀ ਇਹ ਗਲਤੀ ਕਰ ਸਕਦਾ ਹੈ। ਹੁੰਦਾ ਨਾ ਐਵੇਂ, ਜਦੋਂ ਅਸੀਂ ਗਲਤੀ ਕਰ ਬੈਠਦੇ ਹਾਂ ਤੇ ਸਾਡੇ ਚਿਹਰੇ ਦਾ ਜਿਹੜਾ ਹਾਵ ਭਾਵ ਹੈ, ਜਿਹੜੇ ਇਹਦੇ ਚਿਹਰੇ ਦੇ ਉੱਪਰ ਜੋ ਗਲਤੀ ਕਰਨ ਵੇਲੇ ਖੇੜਾ ਸੀਗਾ ਉਹ ਨਹੀਂ ਹੁੰਦਾ। ਫਿਰ ਉਹ ਸਮੇਂ ਫਿਰ ਗਲਤੀ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਭਲੇ ਮਾਨਸ ਤੇ ਬਿਲਕੁਲ ਸਾਫ ਸੁਥਰੇ ਦੱਸਣ ਦਾ ਯਤਨ ਕਰਦੇ ਆ। ਹੁਣ ਦਿਲੋਂ ਦੱਸਣ ਦਾ ਯਤਨ ਕਰਾਂਗੇ, ਕਰਨ ਦਾ ਯਤਨ ਵੀ ਕਰਦੇ ਆ, ਨਹੀਂ ਅਸੀਂ ਗਲਤੀ ਨਹੀਂ ਕਰ ਸਕਦੇ, ਪਰ ਲੋਕਾਂ ਨੂੰ ਫਿਰ ਵਿਸ਼ਵਾਸ ਦਿਵਾਉਣ ਵਾਸਤੇ ਮੂੰਹ ਦਾ ਆਕਾਰ ਵੀ ਉਵੇਂ ਦਾ ਬਣਾਉਣਾ ਪੈਂਦਾ ਵੀ ਸੱਚਮੁੱਚ ਹੀ ਆਉਣ ਲੱਗੇ ਵੀ ਨਹੀਂ ਇਹ ਤਾਂ ਬੜਾ ਭੋਲਾ ਸੀਗਾ। ਸੋ ਮਹਾਰਾਜ ਕਹਿੰਦੇ ਵੀ ਧਰਮ ਰਾਏ ਜਿਹੜਾ ਹੈ ਉਹਦੇ ਕੋਲ ਤਾਂ ਤੇਰਾ ਚਿਹਰਾ ਜਾਣਾ ਨਹੀਂ। ਕਿਉਂਕਿ ਸਰੀਰ ਤਾਂ ਇੱਥੇ ਕਿਸੇ ਨੇ ਦਫਨਾ ਦਿੱਤਾ, ਕੋਈ ਚਿਹਰਾ ਸੜ ਗਿਆ, ਅੱਗੇ ਕੀ ਗਿਆ? ਫਿਰ ਅੱਗੇ ਚਿਹਰਾ ਕਿਹੜਾ ਗਿਆ? ਅੱਗੇ ਚਿਹਰਾ ਉਹ ਗਿਆ ਜਿਸ ਚਿਹਰੇ ਦੇ ਉੱਪਰ ਤੂੰ ਦਾਗ ਲਾਏ ਸੀ। ਅੱਗੇ ਉਹ ਗਏ ਕਰਮ ਗਏ ਤੇਰੇ, ਤੇਰੀ ਆਤਮਾ ਤੋਂ ਪੁੱਛਿਆ ਗਿਆ ਫਿਰ ਕਿਹੜੇ ਕਰਮ ਕੀਤੇ ਆ। ਫਿਰ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਸ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਉਹ ਅੰਮ੍ਰਿਤ ਗੁਰ ਪਾਹੀ ਜੀਓ ਗੁਰੂ ਤੋਂ ਪ੍ਰਾਪਤ ਹੋਏਗਾ। ਛੋਡੋ ਵੇਸ ਭੇਖ ਚਤੁਰਾਈ, ਕਹਿੰਦੇ ਬੰਦਿਆ ਵੇਸ ਭੇਖ ਚਤੁਰਾਈਆਂ ਇਹ ਛੱਡ ਦੇ। ਦੁਬਦਾ ਇਹ ਫਲ ਨਹੀਂ ਜੀਓ, ਦੁਬਦਾ ਵੀ ਛੱਡ ਦੇ। ਇਹ ਤੇਰੇ ਅੰਦਰ ਦੀ ਇੱਕ ਦੁਬਦਾਪਣ ਜਿਹਾ ਬਣਿਆ ਹੋਇਆ ਹੈ, ਕਦੀ ਵੇਸ ਕਰ ਲਿਆ, ਕਦੀ ਭੇਖ ਕਰ ਲਿਆ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਪਰ ਵੇਸ ਕਿੰਨੇ ਨੇ ਸੰਸਾਰ ਦੇ ਵਿੱਚ? ਬਹੁਤ ਜ਼ਿਆਦੇ। ਪਰਮਾਤਮਾ ਤਾਂ ਇੱਕ ਹੈ ਤੇ ਇੱਕ ਪਰਮਾਤਮਾ ਨੂੰ ਇੰਨੇ ਵੇਸਾਂ ਵਾਲੇ ਲੋਕਾਂ ਦੇ ਨਾਲ ਕਿਹੜਾ ਵੇਸ ਚੰਗਾ ਲੱਗਦਾ ਹੈ? ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਪਰਮਾਤਮਾ ਹੁਣ ਇੱਕ ਅਕਾਲ ਪੁਰਖ ਪਰਮਾਤਮਾ ਹੈ, ਤੋ ਵੇਸ ਸੰਸਾਰ ਦੇ ਵਿੱਚ ਕਿੰਨੇ ਨੇ? ਬਹੁਤ ਜ਼ਿਆਦਾ ਵੇਸ ਨੇ, ਬਹੁਤ ਜ਼ਿਆਦਾ। ਤੇ ਵੇਸ ਕਰਨ ਵਾਲੇ ਵੀ ਆਤੀ ਕਰਾਈ ਜਾਂਦੇ ਨੇ, ਫਿਰ ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਪਰ ਜਿਹੜੀ ਗੱਲ ਸਾਨੂੰ ਗੁਰੂ ਸਾਹਿਬ ਜੀ ਨੇ ਦੱਸੀ ਸੀਗੀ ਕਿ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ। ਕਹਿੰਦੇ ਨੇ ਅਸੀਂ ਜੋਨੀ ਜੈਨੀ ਸਰੇਵੜੇ ਸਾਰੇ ਸਾਧੂ ਵੇਖੇ, ਬੜੇ ਸਾਧੂ ਦੇਖੇ, ਤੇ ਪਰ ਸਤਿਗੁਰੂ ਜੀ ਕਹਿੰਦੇ ਨੇ ਕਿੰਨੇ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕਹਿੰਦੇ ਨੇ ਮੈਂ ਸਾਰੇ ਦੇਸ਼ਾਂ ਦੇ ਮਤਾਂ ਨੂੰ ਜਾਣਿਆ, ਕੋ ਨਾ ਦੇਖਿਤ ਪ੍ਰਾਣਪਤੀ ਕੇ। ਪਰ ਕੋਈ ਇਹੋ ਜਿਹਾ ਨਹੀਂ ਵੇਖਿਆ ਜਿਹੜਾ ਕਹਿੰਦਾ ਹੋਵੇ ਕਿ ਪਰਮਾਤਮਾ ਦੇ ਨਾਲ ਮੇਰੇ ਪ੍ਰਾਣ ਚੱਲਦੇ ਨੇ, ਪਰਮਾਤਮਾ ਦੇ ਨਾਮ ਦੇ ਨਾਲ ਮੇਰੇ ਪ੍ਰਾਣ ਚੱਲਦੇ ਨੇ। ਭੇਖ ਕਰ ਲਿਆ, ਭੇਖ ਸਾਰੇ ਕਰੀ ਜਾਂਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ
ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਹਿੰਦੇ ਜਿਨ੍ਹਾਂ ਦੀ ਮੁਹੱਬਤ ਦਿਲ ਤੋਂ ਹੈ ਉਹ ਸੱਚੇ ਨੇ, ਜਿਨ੍ਹਾਂ ਦੇ ਮੁਖ ਹੋਰ ਨੇ ਮਨ ਹੋਰ ਨੇ ਉਹ ਕੱਚੇ ਆਖੇ ਜਾਂਦੇ ਨੇ, ਕੱਚੇ ਆਖੇ ਜਾਂਦੇ ਨੇ। ਤੇ ਜਿਨ੍ਹਾਂ ਨੇ ਸੱਚਮੁੱਚ ਅੰਦਰ ਪਿਆਸ ਸੀ ਤੇ ਉਹਨਾਂ ਨੇ ਪਤਾ ਕੀ ਆਖਿਆ, ਕਹਿੰਦੇ ਮਹਾਰਾਜ ਖੰਭ ਵਿਕਾਂਦੜੇ ਜੇ ਲਾਹਾਂ। ਹੁਣ ਢੰਗ ਲੱਭਦੇ ਨਾ, ਖੰਭ ਵਿਕਾਂਦੜੇ, ਕਹਿੰਦੇ ਇਹੋ ਜਿਹੇ ਕੋਈ ਖੰਭ ਜੇ ਵਿਕਦੇ ਹੋਣ ਜਿਨ੍ਹਾਂ ਨੂੰ ਲਾ ਕੇ ਮੈਂ ਤੇਰੇ ਤੱਕ ਪਹੁੰਚ ਜਾਵਾਂ। ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਉਹਨਾਂ ਦੇ ਮੈਂ ਕੀਮਤ ਦੇ ਦੇਵਾਂ, ਉਹਨਾਂ ਦੀ ਮੈਂ ਕੀਮਤ ਤਾਰ ਦੇਵਾਂ। ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ, ਆਪਣੇ ਤਨ ਤੇ ਉਹਨਾਂ ਖੰਭਾਂ ਨੂੰ ਜੜਾ ਲਵਾਂ। ਲਾਹਾਂ ਸੋ ਸੱਜਣ ਟੋਲ, ਉਹ ਸੱਜਣ ਅਕਾਲ ਪੁਰਖ ਪਰਮਾਤਮਾ ਨੂੰ ਮੈਂ ਲੱਭ ਲਵਾਂ, ਪਰਮਾਤਮਾ ਨੂੰ ਮੈਂ ਪ੍ਰਾਪਤ ਕਰ ਲਵਾਂ। ਜਿਹੜਾ ਅਕਾਲ ਪੁਰਖ ਪਰਮਾਤਮਾ ਸਾਡੇ ਤੋਂ ਹੈ, ਹਿਰਦੇ ਦੇ ਵਿੱਚ ਹੈ ਪਰ ਦੂਰ ਹੈ, ਹੈਗਾ ਹਿਰਦੇ ਦੇ ਵਿੱਚ ਹੀ ਹੈ। ਜਿਵੇਂ ਫਰੀਦ ਰਵਿਦਾਸ ਜੀ ਕਹਿੰਦੇ ਨੇ, ਕਹੇ ਰਵਿਦਾਸ ਹਾਥ ਪੈ ਨੇਰੇ, ਸਾਡੇ ਹੱਥ ਨਾਲੋਂ ਵੀ ਨੇਰੇ ਹੈ, ਸਹਿਜੇ ਹੋਏ ਸੋ ਹੋਈ ਅਕਾਲ ਪੁਰਖ ਪਰਮਾਤਮਾ। ਪਰ ਮੁੱਖ ਗੱਲ ਇਹ ਹੈ ਕਿ ਬੰਦਾ ਇੱਕ ਕਹਾਣੀਆਂ ਦੇ ਵਿੱਚ ਪੈ ਗਿਆ, ਵੀ ਕੇਵਲ ਕਹਾਣੀਆਂ ਸੁਣ ਲੀਆਂ, ਗੁਰਦੁਆਰਾ ਸਾਹਿਬ ਗਏ ਉੱਥੇ ਪ੍ਰਮਾਤਮਾ ਜੀ ਦੀਆਂ ਗੱਲਾਂ ਸੁਣੀਆਂ, ਪਰ ਅਸਲ ਦੇ ਵਿੱਚ ਇਹ ਪ੍ਰਮਾਤਮਾ ਜੀਆਂ ਨੂੰ ਲੱਭਣ ਵਾਸਤੇ ਤੁਰਿਆ ਜਾਂ ਨਹੀਂ ਤੁਰਿਆ, ਇੱਥੇ ਥੋੜਾ ਜਿਹਾ ਅਵੇਸਲਾ ਰਹਿ ਜਾਂਦਾ ਹੈ। ਕਿਉਂਕਿ ਜਿੰਨਾ ਚਿਰ ਗੁਰਦੁਆਰਾ ਸਾਹਿਬ ਬੈਠਾ ਵਿਚਾਰਾਂ ਸੁਣਦਾ ਰਿਹਾ ਤੇ ਮਨ ਦੇ ਵਿੱਚ ਇੱਕ ਫੁਰਨਾ ਬਣ ਗਿਆ ਵੀ ਨਹੀਂ ਅੱਜ ਤੋਂ ਜਾ ਕੇ ਪਾਠ ਜਪਜੀ ਸਾਹਿਬ ਦਾ ਸ਼ੁਰੂ ਕਰ ਦੇਣਾ। ਐਵੇਂ ਹੁੰਦਾ ਨਾ, ਅਸੀਂ ਸੰਸਾਰੀ ਜੀਵ ਹਾਂ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਲੋਕ ਨੇ ਬਿਜ਼ਨਸ ਕਰਨ ਬਾਰੇ ਦੱਸਦੇ ਨੇ, ਬਹੁਤ ਸਾਰੇ ਲੋਕ ਬਿਜ਼ਨਸ ਕਰਨ ਬਾਰੇ ਦੱਸਦੇ ਨੇ। ਸੋ ਉਹ ਜਦੋਂ ਦੱਸਦੇ ਨੇ ਨਾ ਤੇ ਫਿਰ ਇਉਂ ਲੱਗਦਾ ਵੀ ਨਹੀਂ ਇਹ ਚੀਜ਼ ਮੈਂ ਕੱਲ ਤੋਂ ਹੀ ਸ਼ੁਰੂ ਕਰ ਲੈਣੀ ਹੈ। ਉਹ ਕਹਿੰਦੇ ਵੀ 10-10 ਰੁਪਏ ਕਰਕੇ 5-5 ਰੁਪਏ ਕਰਕੇ ਜੋੜਨਾ ਸ਼ੁਰੂ ਕਰੋ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਇਹ ਹੋ ਜਾਣਗੇ, ਇਹ ਇੰਨੇ ਪੈਸੇ ਜੁੜ ਜਾਣਗੇ। ਤੇ ਬੰਦਾ ਕੀ ਕਹਿੰਦਾ, ਕਹਿੰਦਾ ਵੀ ਅੱਜ ਤੋਂ ਬਾਅਦ ਜਾ ਕੇ ਨਾ ਮੈਂ ਕਰਨ ਲੱਗ ਪੈਣਾ ਹੈ, ਅੱਜ ਤੋਂ ਬਾਅਦ ਮੈਂ ਇਹ ਕੰਮ ਕਰਨ ਲੱਗ ਜਾਣਾ ਹੈ। ਸੋ ਇੱਕ ਬਿਜ਼ਨਸਮੈਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਉਹਦੀ ਇੰਟਰਵਿਊ ਹੋਈ, ਟਾਟਾ ਰਤਨ, ਉਹਦੀ ਇੰਟਰਵਿਊ ਹੋਈ ਤੇ ਉਹਦਾ ਜਿਹੜਾ ਸਾਹਮਣੇ ਬੈਠਾ ਸੀ ਨਾ ਪੱਤਰਕਾਰ, ਉਹ ਪੁੱਛਦਾ ਵੀ ਇੱਥੋਂ ਤੱਕ ਪਹੁੰਚਣ ਵਾਸਤੇ ਤੁਹਾਨੂੰ ਕੀ ਕਰਨਾ ਪਿਆ। ਉਹ ਕਹਿੰਦੇ ਮੈਂ ਮੌਕਾ ਨਹੀਂ ਛੱਡਿਆ ਕੋਈ। ਹੁਣ ਸਾਨੂੰ ਇਹ ਗੱਲ ਜਦੋਂ ਸੁਣੀ ਤੇ ਬੜੀ ਸੋਹਣੀ ਜੀ ਲੱਗਦੀ ਹੋਵੇਗੀ, ਪਰ ਅੱਗੇ ਜਾ ਕੇ ਸੁਣਿਓ। ਫਿਰ ਉਹ ਕਹਿੰਦਾ ਵੀ ਮੈਂ ਤੁਹਾਨੂੰ, ਪੱਤਰਕਾਰ ਨੂੰ ਕਹਿੰਦਾ ਹੈ ਵੀ ਮੈਂ ਤੁਹਾਨੂੰ ਇੱਕ ਚੈੱਕ, ਉਹਦੇ ਵਿੱਚ ਜਿੰਨੀ ਅਮਾਉਂਟ ਤੁਸੀਂ ਭਰਨੀ ਹੈ ਆਪਣੀ ਮਰਜ਼ੀ ਨਾਲ ਭਰ ਸਕਦੇ ਹੋ। ਤੇ ਉਹ ਪੱਤਰਕਾਰ ਵਿਚਾਰਾ ਅੱਖਾਂ ਨੀਵੀਆਂ ਕਰਕੇ ਬਹਿ ਗਿਆ ਵੀ ਮੈਂ ਇਦਾਂ ਕਿਵੇਂ ਕਰ ਸਕਦਾ। ਤੇ ਉਹ ਕਹਿੰਦਾ ਕਾਕੇ ਤੂੰ ਇੱਕ ਮੌਕਾ ਗਵਾ ਦਿੱਤਾ ਹੱਥ ਦੇ ਵਿੱਚੋਂ, ਬਹੁਤ ਵਧੀਆ ਤੈਨੂੰ ਮੌਕਾ ਮਿਲਿਆ ਸੀ ਪਰ ਤੂੰ ਗਵਾ ਦਿੱਤਾ। ਸੋ ਹੁਣ ਉਹਨੂੰ ਸੁਣਨ ਤੋਂ ਬਾਅਦ ਜੇ ਬੰਦਾ ਮੌਕਾ ਹੀ ਲੱਭੇਗਾ ਤੇ ਮੌਕਾ ਤਾਂ ਫਿਰ ਚੋਰ ਵੀ ਲੱਭਦਾ ਹੈ। ਹੁਣ ਅਸੀਂ ਸੋਚਣ ਲੱਗ ਪਈਏ ਵੀ ਨਹੀਂ ਇਦਾਂ ਉਹਨੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਵੀ ਮੌਕਾ ਨਹੀਂ ਛੱਡਣਾ। ਹੁਣ ਮੌਕਾ ਨਹੀਂ ਛੱਡਣਾ ਤੇ ਮੌਕਾ ਸਾਨੂੰ ਕਿੱਥੇ ਮਿਲਦਾ ਹੈ? ਹਰ ਇੱਕ ਥਾਂ ਦੇ ਉੱਪਰ ਮੌਕਾ ਮਿਲਦਾ, ਥਾਂ ਥਾਂ ਤੇ ਮੌਕਾ ਮਿਲਦਾ ਸਾਨੂੰ। ਆ ਭੀੜੀਆਂ ਗਲੀਆਂ ਦੇ ਵਿੱਚੋਂ ਲੰਘ ਕੇ ਜਾਓ, ਕਿਧਰੇ ਵੀ ਲੰਘ ਕੇ ਜਾਓ, ਕਿਸੇ ਦੀ ਮੋਟਰ ਬਾਹਰ ਲੱਗੀ ਹੈ, ਕਿਸੇ ਬੀਬੀ ਦੇ ਕੰਨਾਂ ਦੇ ਵਿੱਚ ਗਹਿਣੇ ਪਾਏ, ਕਿਸੇ ਦੇ ਹੱਥਾਂ ਦੇ ਵਿੱਚ ਗਹਿਣੇ ਪਾਏ, ਮੌਕੇ ਤੇ ਫਿਰ ਸਾਨੂੰ ਥਾਂ ਤੇ ਮਿਲਦੇ ਆ। ਇਹਨਾਂ ਮੌਕਿਆਂ ਨੂੰ ਲੈ ਕੇ ਤੇ ਅਸੀਂ ਬਿਜ਼ਨਸਮੈਨ ਬਣਾਂਗੇ ਤੇ ਕੀ ਫਾਇਦਾ ਹੋਇਆ ਸਾਨੂੰ? ਇਹਦੇ ਵਿੱਚੋਂ ਕੁਝ ਲਾਭ ਹੋਇਆ? ਸੋ ਐਵੇਂ ਹੀ ਸਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਕੁਝ ਸੁਣਦੇ ਹਾਂ ਤੇ ਐਵੇਂ ਮਹਿਸੂਸ ਹੁੰਦਾ ਵੀ ਅਸੀਂ ਕੱਲ ਨੂੰ ਇਹ ਕਰ ਹੀ ਦੇਣਾ ਜਾ ਕੇ। ਸੋ ਜਦੋਂ ਅਸੀਂ ਗੁਰਬਾਣੀ ਦੀਆਂ ਗੱਲਾਂ ਸੁਣਦੇ ਹਾਂ ਤੇ ਅਸੀਂ ਕਹਿੰਦੇ ਵੀ ਨਹੀਂ ਕੱਲ ਨੂੰ ਜਾ ਕੇ ਜਪਜੀ ਸਾਹਿਬ ਕਰਨਾ ਆਰੰਭ ਕਰ ਹੀ ਦੇਣਾ ਹੈ, ਕੱਲ ਨੂੰ ਜਾ ਕੇ ਨਾ ਜਾਂ ਅੱਜ ਤੋਂ ਜਾ ਕੇ ਮੈਂ ਜਪਜੀ ਸਾਹਿਬ ਪੜ੍ਹਨਾ ਆਰੰਭ ਕਰ ਹੀ ਦੇਣਾ ਹੈ। ਪਰ ਜਦੋਂ ਪੜ੍ਹਨ ਲੱਗੇ ਤੇ ਮਨ ਜੇ ਲੱਗਿਆ ਨਹੀਂ, ਫਿਰ ਅਟ ਕੇ ਕਹਿੰਦੇ ਨਹੀਂ ਮਨ ਨਹੀਂ, ਅੱਧ ਦੇ ਵਿੱਚੋਂ ਛੱਡ ਜਾਂਦੇ। ਬਹੁਤ ਸਾਰੇ ਇਹੋ ਜਿਹੇ ਗੁਰਸਿੱਖ ਨੇ ਜਿਹੜੇ ਅੱਧ ਦੇ ਵਿੱਚੋਂ ਛੱਡ ਦਿੰਦੇ ਨੇ, ਨਹੀਂ ਮਨ ਲੱਗਦਾ। ਕਈਆਂ ਦੇ ਕੋਲੋਂ ਸੁਖਮਨੀ ਸਾਹਿਬ ਜਿਹੜਾ ਹੈ ਨਾ ਉਹ ਪੂਰਾ ਵੀ ਨਹੀਂ ਕੀਤਾ ਜਾਂਦਾ, ਅੱਧ ਦੇ ਵਿੱਚੋਂ ਛੱਡ ਦਿੱਤਾ ਜਾਂਦਾ। ਨਹੀਂ 1 ਘੰਟਾ ਬੈਠਿਆ ਨਹੀਂ ਜਾਂਦਾ,
ਸੋ ਜਿਹੜਾ ਪ੍ਰਮਾਤਮਾ ਜਿਹਦੀਆਂ ਸਾਰੀਆਂ ਕਿਰਪਾ ਨੇ ਅਸੀਂ ਲੈਣੀਆਂ ਚਾਹੁੰਦੀਆਂ ਨੇ, ਤੇ ਫਿਰ ਉਹ ਸੌਖਾ ਕਿੱਥੋਂ ਮਿਲ ਜਾਵੇ? ਉਹਦਾ ਤਾਂ ਇਮਤਿਹਾਨ ਪਾਸ ਕਰਨਾ ਬੜਾ ਔਖਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਨਾ ਇੱਕ ਸੈਯਦ ਆਇਆ ਸੀਗਾ, ਮੁਸਲਮਾਨ ਹੈ ਜੀ। ਇਹ ਵਿਚਾਰਾਂ ਨਾਲ ਮੈਂ ਆਪ ਜੀਆਂ ਨਾਲ ਕਈ ਵਾਰੀ ਸਾਂਝ ਪਾਈ ਹੈ ਕਿ ਬੰਦਾ ਇਹਨੇ ਧਾਰਮਿਕ ਦਫੇੜਾ ਪਾਇਆ ਹੈ, ਧਾਰਮਿਕ ਵਿਖੇੜੇ, ਧਾਰਮਿਕ ਲੜਾਈਆਂ ਪਾਈਆਂ ਨੇ, ਆਵੇਸ਼ਾਂ ਨੇ। ਪਰਮਾਤਮਾ ਜਿਹੜਾ ਨਾ ਉਹ ਵਿਚਾਰਾਂ ਦੇ ਵਿੱਚ ਜਾਂ ਇਹਨਾਂ ਝਗੜਿਆਂ ਦੇ ਵਿੱਚ ਨਹੀਂ ਹੈਗਾ। ਆ ਜਿਹੜਾ ਧਰਮਾਂ ਦਾ ਅਸੀਂ ਲੜਾਈਆਂ ਪਾਲੀਆਂ, ਉਹ ਕਹਿੰਦਾ ਨਹੀਂ ਮੇਰਾ ਧਰਮ ਚੰਗਾ, ਉਹ ਕਹਿੰਦਾ ਮੇਰਾ ਧਰਮ ਚੰਗਾ ਹੈ। ਸਾਨੂੰ ਰੱਬ ਮਿਲਣਾ ਚਾਹੀਦਾ, ਕੋਈ ਵੀ ਮਿਲਾ ਦੇਵੇ, ਕੋਈ ਵੀ ਮਿਲਾ ਦੇਵੇ। ਸਾਨੂੰ ਤਾਂ ਰੱਬ ਚਾਹੀਦਾ ਹੈ ਨਾ, ਸਾਨੂੰ ਪਰਮਾਤਮਾ ਦਾ ਮਿਲਾਪ ਚਾਹੀਦਾ, ਕੋਈ ਵੀ ਹੋਵੇ। ਆ ਬਾਹਰਲੇ ਭੇਖਾਂ ਤੋਂ ਅਸੀਂ ਕੀ ਕਰਨਾ? ਥੱਕ ਗਏ ਆ ਭੇਖ ਕਰ ਕਰਕੇ, ਅੱਕ ਚੁੱਕੇ ਆ ਭੇਖ ਕਰ ਕਰਕੇ। ਸਾਨੂੰ ਵੀ ਭਗਤ ਧੰਨਾ ਜੀ ਵਾਂਗੂ ਸਾਹਮਣੇ ਪ੍ਰਮਾਤਮਾ ਚਾਹੀਦਾ ਹੈ। ਸਾਡਾ ਵੀ ਜੀ ਕਰਦਾ ਹੈ ਸਾਡੇ ਨਾਲ ਬੈਠ ਕੇ ਪ੍ਰਮਾਤਮਾ ਪ੍ਰਸ਼ਾਦਾ ਛਕੇ। ਕਬੀਰ ਜੀ ਵਾਂਗੂ ਸਾਡਾ ਵੀ ਮਨ ਕਰਦਾ ਹੈ ਵੀ ਲੋਕ ਸਾਨੂੰ ਨਦੀ ਦੇ ਵਿੱਚ ਸੁੱਟ ਦੇਣ ਤੇ ਸਾਨੂੰ ਪ੍ਰਮਾਤਮਾ ਬਚਾ ਲਵੇ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ। ਸਾਡਾ ਵੀ ਮਨ ਕਰਦਾ ਹੈ ਵੀ ਬਾਬਾ ਫਰੀਦ ਜੀ ਵਾਂਗੂ ਸਾਡੀ ਮਾਂ ਜਿਹੜੀ ਰੋਜ਼ ਸ਼ੱਕਰ ਰੱਖਦੀ ਸੀ ਉਹ ਭੁੱਲ ਜਾਵੇ ਤੇ ਸ਼ੱਕਰ ਪਈ ਹੋਵੇ ਉੱਥੇ ਜਦੋਂ ਅਸੀਂ ਪਾਠ ਕਰਕੇ ਉੱਠੀਏ। ਭੇਖ ਕਰ ਕਰਕੇ ਅੱਕ ਚੁੱਕਾ ਹੈ ਮਨ। ਕਿੰਨਾ ਸਮਾਂ ਹੋ ਗਿਆ, ਉਮਰ ਬਤੀਤ ਕਰ ਦਿੱਤੀ ਗਈ ਹੈ ਤੇ ਸਵਾਸਾਂ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਨੇ। ਸੋ ਇਸ ਕਰਕੇ ਧਾਰਮਿਕ ਬਖੇੜਾ, ਧਾਰਮਿਕ ਵਿਖਾਵਾ, ਧਾਰਮਿਕ ਝਗੜੇ ਨਹੀਂ ਚਾਹੀਦੇ। ਸਾਨੂੰ ਕੁਝ ਚਾਹੀਦਾ ਹੈ, ਸਾਨੂੰ ਪਰਮਾਤਮਾ ਚਾਹੀਦਾ ਹੈ ਜਿਹਦੇ ਤੋਂ ਸਾਡੀ ਆਸ ਪੂਰੀ ਜਾ ਸਕੇ, ਜਿਹਦੇ ਨਾਲ ਬੈਠ ਕੇ ਅਸੀਂ ਦਿਲ ਦੀਆਂ ਗੱਲਾਂ ਕਰ ਸਕੀਏ, ਜਿਹਦੇ ਤੋਂ ਪਿਆਰ ਦਾ ਧੋਖਾ ਨਾ ਮਿਲੇ ਤੇ ਜਿਹੜਾ ਸਾਨੂੰ ਛੱਡ ਕੇ ਨਾ ਜਾਵੇ। ਉਹ ਪ੍ਰਮਾਤਮਾ ਸਾਨੂੰ ਚਾਹੀਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਨੂੰ ਲੱਭਣ ਵਾਸਤੇ ਕੋਈ ਵੀ ਮਿਲਾ ਸਕਦਾ। ਹੁਣ ਇਹ ਜਾਨੀ ਸੈਯਦ ਜਿਹੜਾ ਹੈ ਇਹ ਮੁਸਲਮਾਨ ਹੈ, ਬੜਾ ਚਿਰ ਫਿਰਦਾ ਰਿਹਾ, ਬਹੁਤ ਸਮਾਂ ਫਿਰਦਾ ਰਿਹਾ, ਕਦੀ ਕਿਸੇ ਕੋਲ ਗਿਆ ਪਰ ਗੱਲ ਨਾ ਬਣੀ। ਇੱਕ ਦਿਨ ਕਿਸੇ ਨੂੰ ਪੁੱਛ ਬੈਠਾ ਵੀ ਮੈਂ ਪ੍ਰਮਾਤਮਾ ਦੀ ਭਾਲ ਵਿੱਚ ਤੁਰਿਆ, ਮੈਨੂੰ ਕੋਈ ਤਾਂ ਮਿਲਾ ਦਿਓ, ਦੱਸ ਪਾ ਦਿਓ, ਮੈਨੂੰ ਰੱਬ ਹੀ ਮਿਲ ਜਾਵੇ, ਕੋਈ ਨਾ ਕੋਈ ਮਿਲ ਜਾਵੇ। ਉਹਨਾਂ ਨੇ ਫਿਰ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਾ, ਉਹਨਾਂ ਦੀ ਬੜੀ ਮਹਾਨਤਾ ਹੈ। ਜਾਂ ਤਾਂ ਤੈਨੂੰ ਬਿਲਕੁਲ ਮਨਾ ਕਰ ਦੇਣਗੇ ਤੇ ਜੇ ਮਨਾ ਨਹੀਂ ਕਰਨਗੇ ਤਾਂ ਤੈਨੂੰ ਪਰਮਾਤਮਾ ਤੱਕ ਪਹੁੰਚਾ ਕੇ ਰਹਿਣਗੇ, ਤੈਨੂੰ ਐਂਡ ਤੱਕ ਛੱਡ ਕੇ ਆਉਣਗੇ। ਹੁਣ ਉਹ ਸੈਯਦ ਜਾਨੀ ਗਿਆ ਤੇ ਉੱਥੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਗਿਆ ਤੇ ਉੱਥੇ ਵੇਖਿਆ ਕਿ ਸਾਰੇ ਧਰਮਾਂ ਦੇ ਲੋਕ ਸੇਵਾ ਕਰਦੇ ਪਏ ਨੇ। ਹਰੇਕ ਧਰਮ ਦਾ ਲੋਕ ਜਿਹੜੇ ਨੇ ਸੇਵਾ ਕਰਦੇ ਪਏ ਨੇ। ਕੋਈ ਮੁਸਲਮਾਨ ਵੀਰ ਸੇਵਾ ਕਰਦਾ ਪਿਆ ਹੈ, ਕੋਈ ਹਿੰਦ ਵਾਲਾ ਸੇਵਾ ਕਰਦਾ ਪਿਆ ਹੈ, ਗੁਰਸਿੱਖ ਸੇਵਾ ਕਰਦੇ ਪਏ ਨੇ। ਸੋ ਇਹਨੇ ਮੁਸਲਮਾਨ ਭਰਾ ਨੂੰ, ਜਿਹੜਾ ਇਹਦਾ ਪਹਿਲਾਂ ਉੱਥੇ ਭਰਾ ਲੱਗਿਆ ਹੋਇਆ ਸੀਗਾ, ਉਹਨੂੰ ਜਾ ਕੇ ਪੁੱਛਿਆ ਵੀ ਮੈਂ ਇਦਾਂ ਪਰਮਾਤਮਾ ਦੀ ਭਾਲ ਦੇ ਵਿੱਚ, ਪ੍ਰੇਮ ਦੇ ਵਿੱਚ ਤੁਰਿਆ ਸੀਗਾ ਲੱਭਣ ਵਾਸਤੇ, ਪਰ ਗੱਲ ਨਹੀਂ ਬਣੀ। ਉਹਨੇ ਫਿਰ ਦੱਸਿਆ ਵੀ ਕਹਿੰਦੇ ਤੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਯਾਦ ਕਰਨਾ ਹੈ, ਬਸ ਯਾਦ ਕਰਨਾ ਹੈ, ਉਹਨਾਂ ਨੂੰ ਚੇਤੇ ਕਰਨਾ ਹੈ ਕਿ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਨੇ। ਹਿਰਦੇ ਦੇ ਵਿੱਚ ਚਿਤਵਣਾ ਹੈ ਪਰ ਦੱਸਣਾ ਕਿਸੇ ਨੂੰ ਨਹੀਂ ਹੈ, ਦੱਸਣਾ ਕਿਸੇ ਨੂੰ ਨਹੀਂ। ਕਿਉਂ? ਲੋਕ ਤੇਰਾ ਮਜ਼ਾਕ ਉਡਾਉਣਗੇ, ਜਾਂ ਹੋ ਸਕਦਾ ਹੈ ਵੀ ਕੋਈ ਦੂਜਾ ਬੰਦਾ ਤੈਨੂੰ ਦੁਬਿਧਾ ਦੇ ਵਿੱਚ ਪਾ ਸਕੇ। ਇਸ ਕਰਕੇ ਤੂੰ ਚੇਤੇ ਕਰਨਾ ਹੈ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ। ਮਨ ਹੀ ਮਨ ਤੇਰੇ ਅੰਦਰ ਦੀ ਜਾਨ ਲੈਣਗੇ, ਉਹ ਸਭ ਹਾਲਤ ਜਾਨ ਲੈਣਗੇ। ਸੋ ਉਸ ਨੇ ਇਵੇਂ ਕੀਤਾ। ਉਹ ਸੈਯਦ ਜਾਨੀ ਮਹਾਰਾਜ ਦੇ ਜਿੱਥੋਂ ਆਉਣਾ ਸੀ ਦਰਬਾਰ ਦੇ ਵਿੱਚ, ਉੱਥੇ ਜਾ ਕੇ ਬਹਿ ਗਿਆ। ਗੁਰੂ ਹਰਗੋਬਿੰਦਪੁਰਾ ਜਿਹੜਾ ਨਵਾਂ ਮਹਾਰਾਜ ਨੇ ਪਿੰਡ ਵਸਾਇਆ ਸੀ, ਉੱਥੇ ਜਾ ਕੇ ਜਦੋਂ ਇਹ ਬੈਠਾ ਨਾ ਤੇ ਬੜੇ ਦਿਨ ਬੈਠਾ ਰਿਹਾ। ਜਦੋਂ ਮਹਾਰਾਜ ਨੇ ਆਉਣਾ ਉਦੋਂ ਦਰਸ਼ਨ ਕਰਨੇ, ਜਦੋਂ ਜਾਣਾ ਉਦੋਂ ਦਰਸ਼ਨ ਕਰਨੇ, ਤੇ ਬੁਲਾਉਣਾ ਨਾ ਪਰ ਮਨ ਦੇ ਵਿੱਚ ਚਿਤਵਦੇ ਰਹਿਣਾ, ਮਨ ਦੇ ਵਿੱਚ ਚੇਤੇ ਕਰਦੇ ਰਹਿਣਾ ਇਹ ਸੈਯਦ ਜਾਨੀ ਨੇ। ਸੋ ਇੱਕ ਦਿਨ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਆਖਿਆ ਕਿ ਜਾ ਕੇ ਉਹਨੂੰ ਪੁੱਛੋ ਵੀ ਕੀ ਚਾਹੀਦਾ ਹੈ, ਜੋ ਤੈਨੂੰ ਚਾਹੀਦਾ, ਤੈਨੂੰ ਧਨ ਪਦਾਰਥ ਚਾਹੀਦਾ, ਕੱਪੜੇ ਚਾਹੀਦੇ ਨੇ, ਸੰਸਾਰੀ ਵਸਤੂਆਂ ਚਾਹੀਦੀਆਂ ਨੇ, ਕੀ ਚਾਹੀਦਾ ਤੈਨੂੰ? ਗੁਰਸਿੱਖ ਗਿਆ, ਜਾ ਕੇ ਪੁੱਛਿਆ, ਕਹਿਣ ਲੱਗੇ ਵੀ ਮਹਾਰਾਜ ਦਾ ਹੁਕਮ ਹੈ, ਤੈਨੂੰ ਕੀ ਚਾਹੀਦਾ ਹੈ? ਬਸਤਰ ਚਾਹੀਦੇ ਨੇ, ਭੋਜਨ ਚਾਹੀਦਾ ਹੈ, ਰੁਪਈਏ ਚਾਹੀਦੇ ਨੇ, ਧਨ ਚਾਹੀਦਾ ਹੈ, ਜੋ ਤੁਸੀਂ ਮੰਗਣਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਏਗਾ। ਪਰ ਇੱਥੇ ਕਈ ਦਿਨ ਲਗਾਤਾਰ ਤੁਸੀਂ ਬੈਠੇ ਹੋ, ਕਈ ਦਿਨ। ਸੋ ਕਹਿਣ ਲੱਗੇ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਬਸ ਆਪਣੇ ਪਿਆਰੇ ਦੀ ਯਾਦ ਚਾਹੀਦੀ ਹੈ, ਪਿਆਰੇ ਦਾ ਧਿਆਨ ਚਾਹੀਦਾ ਹੈ। ਗੁਰਸਿੱਖ ਨੇ ਮਹਾਰਾਜ ਨੂੰ ਆਖਿਆ, ਮਹਾਰਾਜ ਕਹਿੰਦਾ ਵੀ ਬਸ ਪ੍ਰਮਾਤਮਾ ਦਾ ਧਿਆਨ
ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰਸ਼ਨਾਂ ਦੀ ਪਿਆਸ ਹੈ, ਉਹੀ ਚਾਹੀਦੀ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਮਹਾਰਾਜ ਕਹਿੰਦੇ ਇਹਦੇ ਸਾਹਮਣੇ ਜਿੱਥੇ ਬੈਠਾ ਨਾ ਉੱਥੇ ਇੱਕ ਦੀਵਾਰ ਕੱਢ ਦਿਓ, ਕੰਧ ਕੱਢ ਦਿਓ ਇਹਦੇ ਅੱਗੇ, ਤਾਂ ਕਿ ਸਾਡੇ ਦਰਸ਼ਨ ਨਾ ਕਰ ਸਕੇ। ਸਾਹਮਣੇ ਦੀਵਾਰ ਕੱਢ ਦਿੱਤੀ, ਪਰ ਉਹ ਉੱਥੇ ਬੈਠਾ ਰਿਹਾ, ਉੱਥੇ ਇਹ ਬੈਠਾ ਰਿਹਾ। ਪਰ ਜਿਹੜਾ ਦੂਜਾ ਇਹਦਾ ਜ਼ਾਤ ਭਰਾ ਸੀ, ਉਹ ਇਸ ਨੂੰ ਭੋਜਨ ਦੇ ਕੇ ਜਾਂਦਾ, ਕਦੀ ਭੋਜਨ ਇਹਨੇ ਛਕ ਲੈਣਾ, ਕਦੀ ਨਾ ਛਕਣਾ। ਜਦੋਂ ਦੀਵਾਰ ਕੱਢੀ, ਫਿਰ ਗੁਰਸਿੱਖਾਂ ਨੂੰ ਪੁੱਛਿਆ, ਉਹ ਅਜੇ ਬੈਠਾ ਉੱਥੇ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂ ਪੁੱਛਦੇ ਪਏ ਨੇ? ਉਹਨਾਂ ਦੇ ਅੰਦਰ ਪ੍ਰੇਮ ਦੀ ਖਿੱਚ ਪੈ ਰਹੀ ਹੈ, ਪ੍ਰੇਮ ਦੀ ਖਿੱਚ ਪੈ ਰਹੀ ਹੈ। ਹੁਣ ਜੇ ਅਸੀਂ ਸੋਚੀਏ ਵੀ ਇਵੇਂ ਕਿਵੇਂ ਹੋ ਸਕਦਾ ਹੈ, ਫਿਰ ਅਸੀਂ ਖੁਦ ਗੁਰਬਾਣੀ ਨੂੰ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਇੱਕੋ ਹੀ ਹੈ। ਜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਸਾਡੇ ਹਿਰਦੇ ਦੀ ਜਾਣਦਾ ਹੈ, ਤੇ ਗੁਰੂ ਤਾਂ ਉਹਦਾ ਰੂਪ ਹੈ, ਉਹ ਵੀ ਸਾਡੇ ਹਿਰਦੇ ਦੀ ਜਾਣਦਾ ਹੈ। ਇਸ ਕਰਕੇ ਜਦੋਂ ਪ੍ਰੇਮ ਦੀ ਖਿੱਚ ਪਈ, ਮਹਾਰਾਜ ਨੇ ਫਿਰ ਗੁਰਸਿੱਖ ਨੂੰ ਕਿਹਾ, ਜਾ ਕੇ ਪੁੱਛ ਲਓ ਉਹਨੂੰ ਵੀ ਅਜੇ ਵੀ ਮਨ ਭਤੀਜੇ ਆ ਕਿ ਨਹੀਂ। ਉਹ ਕਹਿੰਦੇ ਨੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਚਾਹੀਦੇ ਨੇ, ਉਹ ਬਚਨ ਕਰ ਦੇਣ। ਸਤਿਗੁਰੂ ਜੀ ਨੂੰ ਜਦੋਂ ਆਣ ਕੇ ਦੱਸਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਾ ਕੇ ਕਹੋ, ਕਹਿੰਦੇ ਜੇ ਤੇਰੇ ਅੰਦਰ ਇੰਨੀ ਪਿਆਸ, ਇੰਨੀ ਤੜਪ ਹੈ ਨਾ, ਤੇ ਇਉਂ ਕਰ, ਜਾ ਕੇ ਬਿਆਸਾ ਨਦੀ ਦੇ ਵਿੱਚ ਛਾਲ ਮਾਰ ਦੇ, ਡੁੱਬ ਕੇ ਮਰ ਜਾ। ਕਹਿੰਦੇ ਜਾ ਉਹਨੂੰ ਕਹਿ ਦੋ, ਕਹਿੰਦਾ ਡੁੱਬ ਕੇ ਮਰ ਜਾ। ਇਦਾਂ ਹੀ ਮਹਾਰਾਜ ਨੇ ਬਚਨ ਕੀਤੇ। ਉਹ ਗੁਰਸਿੱਖ ਨੇ ਸਿੱਧੇ ਜਾ ਕੇ ਉਹਨੂੰ ਸੈਯਦ ਜਾਨੀ ਨੂੰ ਕਹਿ ਦਿੱਤੇ, ਕਹਿੰਦੇ ਮਹਾਰਾਜ ਨੇ ਤੈਨੂੰ ਹੁਕਮ ਲਾਇਆ ਹੈ ਵੀ ਜਾ ਇੱਥੋਂ ਚਲਾ ਜਾ, ਤੇ ਜਾ ਕੇ ਡੁੱਬ ਕੇ ਮਰ ਜਾ। ਹੁਣ ਉੱਥੋਂ ਦੌੜਿਆ, ਜਾ ਕੇ ਸਿੱਧੀ ਦਰਿਆ 'ਚ ਛਾਲ ਮਾਰ ਦਿੱਤੀ। ਸਿੱਖ ਗਏ, ਉਹਨੂੰ ਪਿੱਛੋਂ ਕੱਢ ਲਿਆ। ਫੇਰ ਜਾਵੇ ਦੁਬਾਰਾ ਛਾਲ ਮਾਰ ਦਿਆ ਕਰੇ, ਸਿੱਖ ਨੂੰ ਕੱਢ ਕੇ ਲੈ ਆਉਣ, ਉਹਨੂੰ ਕਹਿਣ ਆ ਚੱਲੀਏ ਹੁਣ। ਉਹ ਕਹਿਣ ਲੱਗਾ ਨਹੀਂ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚਾਹੀਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਬੁਲਾਇਆ, ਤੇ ਨਾਲ ਗੱਲ ਨਾਲ ਲਾ ਕੇ ਤੇ ਗਿਆਨ ਦਿੱਤਾ, ਤੇ ਨਾਲ ਜਿਸ ਪਰਮੇਸ਼ਰ ਵਾਸਤੇ ਥਾਂ ਥਾਂ ਤੇ ਭਟਕਦਾ ਪਿਆ ਸੀ, ਉਹਨੂੰ ਉਹ ਪਰਮੇਸ਼ਰ ਦਿਖਾਇਆ, ਦੱਸਿਆ, ਉਹਨੂੰ ਵਿਖਾਇਆ ਕਿੱਥੇ ਬੈਠਾ ਹੈ। ਉਹ ਜਦੋਂ ਦਿਖਾਇਆ, ਤੇ ਫਿਰ ਮੁੜ ਕੇ ਮਹਾਰਾਜ ਕਹਿੰਦੇ ਵੀ ਨਹੀਂ, ਹੁਣ ਤੁਸੀਂ ਜਾ ਸਕਦੇ ਹੋ। ਉਹਨਾਂ ਨੂੰ ਦੋਵਾਂ ਭਰਾਵਾਂ ਨੂੰ ਫਿਰ ਘਰੇ ਭੇਜ ਦਿੱਤਾ ਵੀ ਹੁਣ ਤੁਸੀਂ ਆਪਣੇ ਘਰ ਦੀ ਕਿਰਤ ਵਿਰਤ ਕਰ ਸਕਦੇ ਹੋ। ਅਸੀਂ ਕਰ ਸਕਦੇ ਹਾਂ, ਸਾਨੂੰ ਗੁਰੂ ਆਖੇ ਜਾ ਕੇ ਡੁੱਬ ਕੇ ਮਰ ਜਾ, ਮਰ ਜਾਾਂਗੇ। ਲੱਭਣ ਚੱਲੇ ਅਸੀਂ ਪ੍ਰਮਾਤਮਾ ਨੂੰ, ਚਾਹੀਦਾ ਸਾਨੂੰ ਪ੍ਰਮਾਤਮਾ ਹੈ, ਪਰ ਸੈਯਦ ਜਾਨੀ ਵਰਗੀ ਸਾਡੇ ਅੰਦਰ ਭਾਵਨਾ ਨਹੀਂ ਹੈਗੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੀ, ਕਹਿੰਦੇ ਵੀ ਜਾਓ ਉਹਨੂੰ ਕਹਿ ਦੋ ਜਾ ਕੇ ਡੁੱਬ ਕੇ ਮਰ ਜਾ, ਛਾਲ ਮਾਰ ਦੇ ਜਾ ਕੇ ਦਰਿਆ 'ਚ। ਉਹਨੇ ਵੇਖਿਆ ਨਹੀਂ, ਉੱਠਿਆ ਤੇ ਭੱਜ ਕੇ ਦਰਿਆ ਵੱਲ ਨੂੰ ਦੌੜ ਗਿਆ। ਤਿਸ ਕੀ ਆਸ ਨਾ ਬਿਰਥੀ ਜਾਵੇ। ਹੁਣ ਜਪਜੀ ਸਾਹਿਬ ਜਿਨ੍ਹਾਂ ਨੂੰ ਨਹੀਂ ਆਉਂਦਾ, ਉਹ ਵੀ ਕਹਿੰਦੇ ਸਾਨੂੰ ਰੱਬ ਲੱਭਣਾ ਹੈ ਜੀ। ਕਿਉਂ ਲੱਭਣਾ ਹੈ? ਕਹਿੰਦੇ ਦੁੱਖ ਕਲੇਸ਼ ਬੜੇ ਨੇ, ਦੁੱਖਾਂ ਕਲੇਸ਼ਾਂ ਵਾਸਤੇ। ਚਲੋ ਠੀਕ ਹੈ, ਦੁੱਖਾਂ ਕਲੇਸ਼ਾਂ ਦੀ ਨਿਰਵਿਰਤੀ ਵਾਸਤੇ ਹੀ ਲੱਭ ਲਈਏ, ਪਰ ਢੰਗ ਤਾਂ ਗੁਰੂ ਦੱਸੇਗਾ ਨਾ। ਗੁਰੂ ਕੋਲ ਤਾਂ ਆਈਏ, ਗੁਰੂ ਦੀ ਬਾਣੀ ਨੂੰ ਤਾਂ ਪੜ੍ਹੀਏ, ਸੁਣੀਏ, ਵਿਚਾਰੀਏ, ਜਪਜੀ ਸਾਹਿਬ ਸ਼ੁਰੂ ਕਰਕੇ ਵੇਖੀਏ। ਅੱਜ ਕਰਾਂਗੇ, ਕੱਲ ਕਰਾਂਗੇ, ਸਾਨੂੰ ਰੋਜ਼ਾਨਾ ਕੁਝ ਸਮਝ ਲੱਗੇਗੀ। ਤੇ ਮਹਾਰਾਜ ਕਹਿੰਦੇ ਨੇ ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕਾਂ ਨੂੰ ਸੇਵਾ ਬਣ ਆਉਂਦੀ ਹੈ। ਜਿਹੜਾ ਰੱਬ ਦਾ ਸੇਵਕ ਬਣਨਾ ਚਾਹੁੰਦਾ ਹੈ ਨਾ, ਉਹ ਸੇਵਾ ਕਰੇ। ਹੁਕਮ ਬੂਝ ਪਰਮ ਪਦ ਪਾਈ। ਜਿਵੇਂ ਸੈਯਦ ਜਾਨੀ ਨੇ ਹੁਕਮ ਨੂੰ ਬੁੱਝਿਆ, ਅਸੀਂ ਵੀ ਹੁਕਮ ਨੂੰ ਬੁੱਝੀਏ। ਤੇ ਹੁਕਮ ਨੂੰ ਬੁੱਝਣਾ ਕੀ ਹੁੰਦਾ ਹੈ? ਇਹ ਨਹੀਂ ਵੀ ਜੇ ਸੈਯਦ ਜਾਨੀ ਨੂੰ ਕਹਿ ਦਿੱਤਾ ਵੀ ਜਾ ਡੁੱਬ ਕੇ ਮਰ ਜਾਓ, ਚਲਾ ਗਿਆ। ਸਾਨੂੰ ਦੁੱਖ ਸੁੱਖ ਇੱਕ ਸਮਾਨ ਸਮਝਣੇ ਪੈਣਗੇ। ਜਿੰਨੀ ਖੁਸ਼ੀ ਸਾਨੂੰ ਕਿਸੇ ਦੇ ਜੰਮਣ ਵੇਲੇ ਮਹਿਸੂਸ ਹੋਈ, ਓਨੀ ਖੁਸ਼ੀ ਸਾਨੂੰ ਮਰਨ ਵੇਲੇ ਮਹਿਸੂਸ ਕਰਨੀ ਪਵੇਗੀ। ਜਿੰਨਾ ਖੁਸ਼ ਅਸੀਂ ਸੰਸਾਰ ਦੇ ਵਿੱਚ, ਸਾਡੇ ਘਰ ਦੇ ਵਿੱਚ ਕੋਈ ਨਵਾਂ ਜੀ ਆਇਆ, ਅਸੀਂ ਖੁਸ਼ ਹੋਏ, ਤੇ ਜਦੋਂ ਮਰ ਗਿਆ, ਜਦੋਂ ਕੋਈ ਸੰਸਾਰ ਦੇ ਵਿੱਚੋਂ ਸਾਡਾ ਕੋਈ ਸੰਬੰਧੀ ਚਲਾ ਗਿਆ, ਤੇ ਫਿਰ ਪਿੱਟ ਸਿਆਪਾ ਕਿਉਂ ਕੀਤਾ ਗਿਆ? ਕਿਉਂ ਪ੍ਰਮਾਤਮਾ ਜੀ ਨੂੰ ਲੋੜੇ ਪਾਏ ਗਏ? ਪ੍ਰਮਾਤਮਾ ਤੂੰ ਗਲਤ ਕੀਤਾ, ਤੂੰ ਚੰਗਾ ਨਹੀਂ ਕੀਤਾ। ਇਹ ਪ੍ਰਮਾਤਮਾ ਤੂੰ ਗਲਤ ਕਰਦਾ ਹੈ, ਇਹ ਤੂੰ ਸਾਡੇ ਮਨ ਮਰਜ਼ੀ ਅਨੁਸਾਰ ਨਹੀਂ ਕੀਤਾ। ਤੇ ਇਹ ਦੋਸਤੀ, ਇਹ ਮਿੱਤਰਤਾ, ਇਹ ਮਿਲਾਪ, ਇਹ ਪ੍ਰੇਮ ਕਿਹੋ ਜਿਹਾ ਹੋਇਆ ਕਿ ਕੁਝ ਘੜੀਆਂ ਸੁੱਖ ਸੀਗਾ, ਕੁਝ ਦਿਨ ਪਹਿਲਾਂ ਘਰ ਦੇ ਵਿੱਚ ਕੋਈ ਨਵਾਂ ਜੀਵ ਆਇਆ ਤੇ ਤੂੰ ਖੁਸ਼ੀਆਂ ਦੇ ਵਿੱਚ ਉਛਲਦਾ ਪਿਆ ਸੀ, ਪਰ ਕੁਝ ਘੜੀਆਂ ਦੇ ਵਿੱਚ ਇਹ ਸਮਾਂ ਬਤੀਤ ਗਿਆ ਤੇ ਸਮਾਂ ਬਦਲਿਆ। ਉਸੇ ਪਰਮਾਤਮਾ ਨੂੰ ਤੂੰ ਲਾਂਭੇ ਦੇਣ ਲੱਗ ਪਿਆ। ਇਹ ਦੋਸਤੀ ਥੋੜਾ ਹੋਈ। ਇਹ ਵੀ ਕਿਸ ਤਰ੍ਹਾਂ ਦੀ ਦੋਸਤੀ ਹੈ, ਕਿਸ ਤਰ੍ਹਾਂ ਦਾ ਪ੍ਰੇਮ ਹੈ? ਤੇ ਮਹਾਰਾਜ ਕਹਿੰਦੇ ਨੇ ਇਸ ਦੇ ਉੱਪਰ ਨਹੀਂ ਵਿਚਾਰ। ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਕਿ ਬੰਦਾ ਹੁਕਮ ਬੁਝੇ ਤੇ ਸੇਵਾ ਦੇ ਵਿੱਚ ਚਲੇ। ਜਾ ਕੇ ਮਨ ਬਸਿਆ ਨਿਰੰਕਾਰ।
ਜਿਹਦੇ ਮਨ ਦੇ ਵਿੱਚ ਨਿਰੰਕਾਰ ਵਸ ਜਾਵੇ। ਨਿਰੰਕਾਰ ਦਾ ਅਰਥ ਹੁੰਦਾ ਜਿਹਦਾ ਆਕਾਰ ਕੋਈ ਨਹੀਂ ਪਰ ਵਸਦਾ ਸਰੀਰ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨੇ ਬੰਧਨ ਤੋੜ ਭੈ ਨਿਰਵੈਰ। ਹੁਣ ਬੰਧਨ ਤੋੜ ਕੇ ਬੰਦਾ ਨਿਰਵੈਰ ਹੋ ਗਿਆ, ਸੰਸਾਰੀ ਬੰਧਨ ਤੋੜ ਦਿੱਤੇ, ਵੈਰ ਵਿਰੋਧ ਈਰਖਾ ਦਵੈਸ਼ ਭਾਵਨਾ ਸਾਰਾ ਕੁਝ ਛੱਡ ਦਿੱਤਾ। ਅਣ ਦਿਨ ਪੂਜੇ ਗੁਰ ਕੇ ਪੈਰ, ਦਿਨ ਰਾਤ ਗੁਰੂ ਦੇ ਪੈਰ ਪੂਜਦਾ ਹੈ, ਹੁਣ ਗੁਰੂ ਦੇ ਚਰਨ ਪੂਜਦਾ ਹੈ। ਸੋ ਇੱਕ ਬੜੀ ਸੋਹਣੀ ਉਦਾਹਰਨ ਹੈ ਜੀ। ਸੰਸਾਰ ਕਰਦਾ ਕੀ ਹੈ? ਜਦੋਂ ਕਿਤੇ ਪੀੜਾ ਸਾਹਿਬ ਪਿਆ ਹੋਵੇ ਨਾ ਤੇ ਪੀੜਾ ਸਾਹਿਬ ਨੂੰ ਲੋਕ ਘੁੱਟਦੇ ਨੇ, ਕਹਿੰਦੇ ਕਿਉਂ? ਜੇ ਕਹਿ ਦਈਏ ਵੀ ਕਿਉਂ ਘੁੱਟ ਰਹੇ, ਕਹਿੰਦੇ ਮਹਾਰਾਜ ਦੇ ਚਰਨ ਨੇ। ਇਦਾਂ ਹੀ ਕਹਿੰਦੇ ਨਾ, ਕਹਿੰਦੇ ਜੀ ਇਹ ਗੁਰੂ ਸਾਹਿਬ ਜੀ ਦੇ ਚਰਨ ਨੇ। ਸਮਾਂ ਗੇੜ ਘਮਾਉਂਦਾ ਨਾ, ਫਿਰ ਕੁਦਰਤ ਵੀ ਸਾਡੇ ਨਾਲ ਹਾਸੀਆਂ ਖੇਡੀਆਂ ਜੀਆਂ ਕਰਦੀ ਪਈ ਹੈ। ਜਦੋਂ ਸਮਾਂ ਗੇੜ ਘਮਾਇਆ ਨਾ, ਸਾਨੂੰ ਇਉਂ ਲੱਗਦਾ ਕਿ ਅਸੀਂ ਮਿਲਣਾ ਪ੍ਰਮਾਤਮਾ ਨੂੰ ਹੈ, ਪਰ ਅਸੀਂ ਇੱਕ ਕਮੇਡੀ ਸ਼ੋਅ ਦੇ ਵਿੱਚ ਬੈਠੇ ਹੋਏ ਆ। ਲੱਭਣਾ ਅਸੀਂ ਪ੍ਰਮਾਤਮਾ ਨੂੰ ਹੈ, ਪਰ ਸ਼ੋਅ ਸਾਡਾ ਕਮੇਡੀ ਜਿਹਾ ਚੱਲਦਾ ਪਿਆ। ਇੱਕ ਕੁਝ ਦਿਨ ਪਹਿਲਾਂ ਬੰਦੇ ਪੀੜੇ ਨੂੰ ਹੱਥ ਪਾ ਪਾ ਕੇ ਚਰਨ ਘੁੱਟਦੇ ਪਏ ਸੀ, ਤੇ ਉਦੋਂ ਬਾਅਦ ਰੱਖੜੀ ਆ ਗਈ ਤੇ ਉਸੇ ਪੀੜੇ ਨੂੰ ਰੱਖੜੀ ਬੰਨ੍ਹ ਦਿੱਤੀ। ਹੁਣ ਤੁਸੀਂ ਆਪ ਸਿਆਣੇ ਹੋ, ਰੱਖੜੀ ਪੈਰਾਂ ਤੇ ਬੰਨੀ ਜਾਂਦੀ ਕਿ ਹੱਥਾਂ ਤੇ ਬੰਨੀ ਜਾਂਦੀ? ਲੱਗਦਾ ਨਾ ਕਿ ਅਸੀਂ ਹਾਸੀਆਂ ਖੇਡੀਆਂ ਦੇ ਵਿੱਚ ਪਏ ਹੋਏ ਆ। ਕੁਝ ਦਿਨ ਪਹਿਲਾਂ ਅਸੀਂ ਪ੍ਰਮਾਤਮਾ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੀੜਾ ਸੀਗਾ ਉਹਨੂੰ ਚਰਨ ਫੜ ਕੇ ਘੁੱਟਦੇ ਰਹੇ ਵੀ ਇਹ ਪ੍ਰਮਾਤਮਾ ਜੀ ਦੇ ਗੁਰੂ ਦੇ ਚਰਨ ਨੇ। ਹੁਣ ਕੁਦਰਤ ਨੇ ਗੇੜ ਘਮਾਇਆ, ਸੰਸਾਰੀ ਤਿਉਹਾਰ ਜਿਹੜਾ ਬਣਿਆ ਸੀ ਉਹ ਆ ਗਿਆ, ਤੇ ਉਹਨੇ ਚ ਨੂੰ ਆ ਗਈ ਰੱਖੜੀ। ਆਪਾਂ ਰੱਖੜੀ ਲੈ ਕੇ ਆਏ ਤੇ ਮਹਾਰਾਜ ਦੀ ਲੱਤ ਤੇ ਆਣ ਕੇ ਰੱਖੜੀ ਬੰਨ ਦਿੱਤੀ ਵੀ ਬਾਬਾ ਜੀ ਹੁਣ ਸੰਸਾਰੀ ਲੋਕ ਬਾਹਾਂ ਤੇ ਬੰਨਦੇ ਨੇ, ਤੁਸੀਂ ਲੱਤਾਂ ਤੇ ਬੰਨੀ ਫਿਰੋ। ਕਿਵੇਂ ਦਾ ਹੈਗਾ ਨਾ ਮਾਹੌਲ ਸਾਡਾ। ਲੱਭਣਾ ਅਸੀਂ ਪ੍ਰਮਾਤਮਾ ਨੂੰ ਹੈ, ਮਾਹੌਲ ਸਾਡਾ ਕਿਵੇਂ ਦਾ ਹੈਗਾ ਸਾਨੂੰ ਸਮਝ ਨਹੀਂ ਆ ਰਹੀ। ਸਿਆਣੇ ਸਭ ਤੋਂ ਵੱਧ ਆ, ਪਰ ਧਾਰਮਿਕ ਦੁਨੀਆ ਦੇ ਵਿੱਚ ਸਾਡੇ ਵਰਗਾ ਕੋਈ ਕਮਲਾ ਨਹੀਂ ਹੈਗਾ। ਕਮਲ ਕੋਟਦੇ ਆ ਪੂਰਾ, ਅਸੀਂ ਬਹੁਤ ਕਮਲ ਕੋਟਦੇ ਆ। ਕਦੀ ਪ੍ਰਮਾਤਮਾ ਨੂੰ ਧਨ ਨਾਲ ਖਰੀਦਣ ਦਾ ਯਤਨ ਕਰਦਾ ਆ, ਕਦੀ ਉਸ ਪ੍ਰਮਾਤਮਾ ਜੀਆਂ ਨੂੰ ਕੁਝ ਕੱਪੜੇ ਕੁਝ ਰੁਮਾਲ ਦੇ ਕੇ ਅਸੀਂ ਖਰੀਦਣ ਦਾ ਯਤਨ ਕਰਦੇ ਆ, ਜਦੋਂ ਕਿ ਸਪਸ਼ਟ ਗੱਲ ਹੈ ਵੀ ਉਹਨੂੰ ਮਨ ਦੇ ਕੇ ਖਰੀਦਿਆ ਜਾਣਾ, ਉਹਨੂੰ ਮਨ ਦੇ ਕੇ ਪ੍ਰਾਪਤ ਕੀਤਾ ਜਾਣਾ, ਧਨ ਦੇ ਕੇ ਨਹੀਂ। ਧਨ ਉਹਨੇ ਸਾਨੂੰ ਦਿੱਤਾ ਹੈ, ਉਹਦੀਆਂ ਹੀ ਵਸਤੂਆਂ ਸਾਹੀ ਉਹਦੇ ਅੱਗੇ, ਜਦੋਂ ਕਿ ਮਨ ਵੀ ਸਾਡਾ ਉਸੇ ਦਾ ਹੀ ਹੈ, ਸਾਡਾ ਥੋੜੀ ਹੈ। ਮਨ ਦੇ ਫੁਰਨੇ, ਮਨ ਦੇ ਵਿਚਾਰ, ਮਨ ਦੀਆਂ ਭਾਵਨਾਵਾਂ ਉਹਦੇ ਅੱਗੇ ਰੱਖ ਦਿਓ ਕਿ ਸਾਡੇ ਅੰਦਰ ਫੁਰਨਾ ਹੀ ਨਾ ਪੈਦਾ ਹੋਵੇ ਉਹਦੇ ਤੋਂ ਬਿਨਾ। ਫਿਰ ਉਹ ਜੋ ਕਰਾਵੇਗਾ ਉਹ ਸਹੀ ਹੋਏਗਾ। ਤਾਂ ਕਰਕੇ ਕਹਿੰਦੇ ਨੇ ਵੀ ਤਨ ਮਨ ਧਨ ਸਭ ਕੁਝ ਸੌਂਪ ਦੇ ਗੁਰੂ ਨੂੰ। ਫਿਰ ਤੇਰਾ ਪਿੱਛੇ ਕੀ ਰਹਿ ਜਾਏਗਾ? ਕੁਝ ਵੀ ਨਹੀਂ। ਫਿਰ ਜਦੋਂ ਕੁਝ ਰਹਿ ਹੀ ਨਹੀਂ ਗਿਆ ਤੇ ਫਿਰ ਮਨ ਮਰਜ਼ੀ ਕਿਉਂ ਹੈ? ਫਿਰ ਦੁਖੀ ਕਿਉਂ ਨਾ ਕਿ ਪ੍ਰਮਾਤਮਾ ਨੇ ਇਉਂ ਕੀਤਾ ਜਿਉਂ ਕੀਤਾ? ਫਿਰ ਤਾਂ ਮੰਨਣਾ ਜੋ ਕੀਤਾ ਚੰਗਾ ਕੀਤਾ, ਜੋ ਪ੍ਰਮਾਤਮਾ ਨੇ ਕੀਤਾ ਉਹ ਸਹੀ ਕੀਤਾ। ਤੇ ਮਹਾਰਾਜ ਕਹਿੰਦੇ ਅਣ ਦਿਨ ਪੂਜੇ ਗੁਰ ਕੇ ਪੈਰ, ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਦੋਂ ਪ੍ਰਮਾਤਮਾ ਮਿਲ ਜਾਵੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਜਿਹਨੂੰ ਗੁਰਬਾਣੀ ਕਹਿੰਦੀ ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਮੈਂ ਜਦੋਂ ਸੰਸਾਰ ਦੇ ਵਿੱਚ ਸੀ ਉਦੋਂ ਵੀ ਸੁੱਖ ਸੀਗਾ, ਸੋ ਹੁਣ ਪਰਲੋਕ ਦੇ ਵਿੱਚ ਚੱਲੇ ਆਏ ਤੇ ਮੇਰੀ ਆਤਮਾ ਆਨੰਦ ਦੇ ਵਿੱਚ ਹੈ। ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਈ। ਜਦੋਂ ਪਰਮੇਸ਼ਰ ਮੇਰੇ ਨਾਲ ਹੈ ਫਿਰ ਡੋਲਣਾ ਕਿਉਂ ਹੈ? ਜਦੋਂ ਵਾਹਿਗੁਰੂ ਮੇਰੇ ਨਾਲ ਹੈ, ਜਿਹਦੇ ਸਾਰਾ ਸੰਸਾਰ ਉਹਦੇ ਅਧੀਨ ਚੱਲਦਾ ਹੈ। ਜਦੋਂ ਕਿ ਜਿਹੜਾ ਧਰਮ ਰਾਜ ਹੈ ਉਹ ਵੀ ਉਹਦੇ ਅਧੀਨ ਹੈ, ਪ੍ਰਮਾਤਮਾ ਦੇ ਅਧੀਨ ਹੈ। ਜੇ ਧਰਮ ਰਾਜ ਪ੍ਰਮਾਤਮਾ ਤੋਂ ਵੱਡਾ ਹੈ ਤੇ ਫਿਰ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਲੋਕ ਉਹ ਧਰਮ ਰਾਜ ਕਿਉਂ ਮਾਫ ਕਰ ਦਿੰਦਾ ਹੈ? ਉਹ ਪ੍ਰਮਾਤਮਾ ਨੂੰ ਨਾ ਜਪਣ, ਫਿਰ ਉਹ ਧਰਮ ਰਾਜ ਨੂੰ ਜਪਣ ਨਾ। ਉਹ ਫਿਰ ਪ੍ਰਮਾਤਮਾ ਨੂੰ ਕਿਉਂ ਜਪਦੇ ਨੇ? ਉਹ ਤਾਂ ਫਿਰ ਧਰਮ ਰਾਜ ਨੂੰ, ਕਿਉਂਕਿ ਧਰਮ ਰਾਜ ਵੀ ਹੁਕਮ ਦਾ ਬੱਝਾ ਹੋਇਆ ਹੈ। ਜਿਹੜਾ ਅੱਗੇ ਜਾ ਕੇ ਸਾਡੇ ਤੋਂ ਚਿੱਤਰਗੁਪਤ ਜੋ ਵੀ ਲੇਖਾ ਮੰਗਦੇ ਨੇ ਉਹ ਸਾਡੇ ਪ੍ਰਮਾਤਮਾ ਦੇ ਧਰਮ ਦੇ ਹੁਕਮ ਦੇ ਵਿੱਚ ਬੱਝੇ ਹੋਏ ਨੇ। ਪ੍ਰਮਾਤਮਾ ਦੇ ਅਧੀਨ ਉਹ ਨੇ, ਨਾ ਕਿ ਚਿੱਤਰਗੁਪਤ ਨੇ ਪ੍ਰਮਾਤਮਾ ਅਧੀਨ ਕੀਤਾ ਹੋਇਆ। ਨਹੀਂ ਤਾਂ ਫਿਰ ਮਨਮਰਜ਼ੀ ਦਾ ਫੈਸਲਾ ਸੁਣਾ ਦੇਣ, ਜਿਹਨੇ ਜਪਿਆ ਉਹ ਵੀ ਪਾਸ, ਜਿਹਨੇ ਨਹੀਂ ਜਪਿਆ ਉਹ ਵੀ ਪਾਸ। ਫਿਰ ਪ੍ਰਮਾਤਮਾ ਛੋਟਾ ਰਹਿ ਜਾਂਦਾ। ਇਸ ਕਰਕੇ ਪ੍ਰਮਾਤਮਾ ਦੇ ਅਧੀਨ ਸਾਰੇ ਨੇ। ਤੇ ਜਦੋਂ ਉਹਦਾ ਅਸੀਂ ਨਾਮ ਜਪਦੇ ਹਾਂ ਤਦੋਂ ਫਿਰ ਇਹ ਲੋਕ ਸੁਹੇਲੇ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਾਨੂੰ ਆਪ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਕਰਕੇ ਸਾਨੂੰ ਮਿਲਾ ਲੈਂਦਾ ਹੈ। ਪਰ ਹਿਰਦਾ ਪਵਿੱਤਰ ਕਰਨਾ, ਯਤਨ ਕਰਨਾ ਚਾਹੀਦਾ ਹੈ ਕਿ ਮਹਾਰਾਜ ਸਾਡਾ ਸਰੀਰਕ ਭਾਂਡਾ, ਸਾਡਾ ਸਰੀਰਕ ਹਿਰਦਾ
ਭਾਂਡਾ ਜਿਹੜਾ ਹੈ ਸਾਫ਼ ਕਰਨ ਦਾ ਅਸੀਂ ਯਤਨ ਕਰੀਏ। ਉਹ ਕਿਵੇਂ ਹੋਏਗਾ? ਗੁਰਬਾਣੀ ਪੜ੍ਹਨ ਦੇ ਨਾਲ, ਇਤਿਹਾਸ ਸੁਣਨ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ, ਧਾਰਮਿਕ ਪੁਸਤਕਾਂ ਨੂੰ ਵਿਚਾਰਨ ਦੇ ਨਾਲ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਿਹੜਾ ਬੰਦਾ ਵਿਦਿਆ ਵਿਚਾਰ ਲੈਂਦਾ ਫਿਰ ਉਹ ਪਰਉਪਕਾਰ ਕਰਨ ਲੱਗ ਪੈਂਦਾ, ਪਰ ਸਾਰੇ ਨਹੀਂ ਕਰਦੇ, ਕਈ ਰਿਸ਼ਵਤ ਵੀ ਲੈਣ ਲੱਗ ਪੈਂਦੇ ਨੇ। ਮਹਾਰਾਜ ਗੁਰੂ ਸਾਹਿਬ ਸਭ ਸੰਗਤਾਂ ਦੇ ਉੱਪਰ ਕਿਰਪਾ ਕਰਨ, ਸਾਰਿਆਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕੇ ਨਵਾਜਨ, ਤਾਂ ਕਿ ਸਾਡੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕ ਸਕੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਤੀਜਾ।